ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਨਿਤ ਗੁਰ ਹਿਰਦੈ ਨਿਤ ਧਿਆਨ। ਸ੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰ ਅਰਜਨ ਬਿਘਨਨ ਕੇ ਨਾਸ਼ਕ ਗੁਰ ਬਿਘਨਨ ਕੇ ਨਾਸ਼ਕ। ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਵਾਰੇ। ਤੇਗ ਬਹਾਦਰ ਗੁਰ ਪਰਮ ਕਿਰਪਾਲਾ ਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਿਸਾਲਾ। ਤਰੋਂ ਤਰਾ ਤਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅਮਰਤ ਗਿਆਨ ਹੈ ਮਾਣਕ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਚਰਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਮੈਂ ਧਰਿਆ ਭਾਵਨੇ ਆਪਣਾ ਭਲੋ ਪਛਾਨ। ਦੀਨ ਖਾਨ ਖਾਨਾ ਪਇਓ ਗੁਰ ਭਗ ਬੰਧਨ ਠਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਸ਼ਹੀਦ ਸਤਿਗੁਰੂ ਧਰਮ ਰੱਖਿਅਕ ਡੁੱਬਦੇ ਬੇੜਿਆਂ ਨੂੰ ਬੰਨੇ ਲਾਉਣ ਹਾਰੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੀਂ ਵਿਖੇ ਜਿੱਥੇ ਸਾਹਿਬਾਂ ਨੇ 26 ਸਾਲ 9 ਮਹੀਨੇ 13 ਦਿਨ
ਇੱਕ ਰਸ ਪਰਮੇਸ਼ਰ ਦੀ ਭਜਨ ਬੰਦਗੀ ਦੇ ਵਿੱਚ ਸਮਾਂ ਗੁਜ਼ਾਰਿਆ। ਐਸੇ ਦੀਨ ਦਿਆਲੂ ਸਤਿਗੁਰਾਂ ਦੇ ਪਵਿੱਤਰ ਅਸਥਾਨਾਂ 'ਤੇ ਐਤਵਾਰ ਦੇ ਦਿਹਾੜੇ ਪਿਛਲੇ ਪੈਰ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰੇ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਪਾਤਸ਼ਾਹ ਦੀ ਕਿਰਪਾ ਦਾ ਸਦਕਾ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰ ਦਾ ਸਮਾਂ ਹੋਇਆ ਹੈ, ਜਿਹਦੇ ਵਿੱਚ ਸ਼ਮਸ਼ੇਰੇ ਬਹਾਦਰ ਪੰਥ ਦੇ ਵਾਲੇ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਪਵਿੱਤਰ ਕਥਾ ਆਪਾਂ ਸੁਣਾ ਰਹੇ ਹਾਂ, ਜਿਸ ਦੇ ਅੰਦਰ ਪਿਛਲੇ ਸਮੇਂ ਦੌਰਾਨ ਆਪ ਸੰਗਤਾਂ ਨੇ ਪ੍ਰਸੰਗ ਸਰਵਣ ਕੀਤਾ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਗਰੇ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਨੇ। ਅਨੇਕਾਂ ਸੰਗਤਾਂ ਨੂੰ ਸਤਿਗੁਰਾਂ ਨੇ ਇੱਥੇ ਨਿਹਾਲ ਕੀਤਾ। ਬਹਾਦਰ ਸ਼ਾਹ ਨੂੰ ਜਦੋਂ ਜਿੱਤ ਸਤਿਗੁਰਾਂ ਦਵਾਈ, ਆਗਰੇ ਦੇ ਵਿੱਚ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨਾਲ ਉਹਦਾ ਮਿਲਾਪ ਹੋਇਆ। ਬੇਨਤੀ ਕਰਕੇ ਕੁਝ ਆਪਣੇ ਅਹਿਲਕਾਰ ਅਫਸਰ ਭੇਜੇ ਵੀ ਮਹਾਰਾਜ ਬਹਾਦਰ ਸ਼ਾਹ ਚਾਹੁੰਦਾ ਹੈ ਵੀ ਆਪ ਆ ਕੇ ਦਰਸ਼ਨ ਦਿਓ। ਸਤਿਗੁਰਾਂ ਦਰਸ਼ਨ ਦਿੱਤੇ ਜਾ ਕੇ। ਕੁਝ ਇਤਿਹਾਸਕਾਰਾਂ ਇੰਜ ਵੀ ਲਿਖਿਆ ਹੈ ਵੀ ਆਪਣੇ ਅਹਿਲਕਾਰਾਂ ਨੂੰ ਲੈ ਕੇ ਬਹਾਦਰ ਸ਼ਾਹ ਆਪ ਗੁਰੂ ਕਲਗੀਧਰ ਮਹਾਰਾਜ ਕੋ ਚੱਲ ਕੇ ਆਇਆ ਸੀ, ਤੇ ਜਿਹੜੇ ਦੋ ਤੀਰੇ ਨੇ ਰੱਖੇ ਸਨ ਵੀ ਪਛਾਣ ਕਰਾਂ ਵੀ ਤਾਰਾ ਆਜਮ ਕਿਹਦੇ ਤੀਰਾਂ ਨਾਲ ਮਰਿਆ, ਉਹ ਦੋ ਤੀਰ ਮਹਾਰਾਜ ਸਾਹਿਬ ਦੇ ਅੱਗੇ ਰੱਖੇ ਤੇ ਸਤਿਗੁਰਾਂ ਨੇ ਆਪਣਾ ਪੱਥਾ ਹੀ ਉਹਦੇ ਉੱਤੇ ਢੇਰੀ ਕਰਤਾ। ਕਹਿੰਦੇ ਪਛਾਣੋ ਵੀ ਹੁਣ ਉਹ ਦੋ ਕਿਹੜੇ ਸਨ। ਸਾਰੇ ਤੀਰ ਸੋਨਾ ਲੱਗੇ ਵਾਲੇ ਫਿਰ ਪਛਾਣ ਚ ਨਾ ਆਏ। ਗੁਰਾਂ ਦੇ ਪੈਰ ਚੁੰਮੇ ਬਹਾਦਰ ਸ਼ਾਹ ਨੇ। ਇੱਥੋਂ ਤੱਕ ਵਿਦਵਾਨ ਦੱਸਦੇ ਨੇ ਵੀ ਜਿਹੜਾ ਤਖਤ ਦੇ ਉੱਤੇ ਬੈਠ ਕੇ ਤਾਜ ਬਹਾਦਰ ਸ਼ਾਹ ਨੇ ਪਹਿਨਿਆ, ਉਹ ਸਭ ਤੋਂ ਪਹਿਲਾਂ ਗੁਰੂ ਕਲਗੀਧਰ ਸਾਹਿਬ ਦੇ ਕਰ ਕਮਲਾਂ ਦੇ ਨਾਲ ਪਹਿਨਿਆ। ਘੋੜੇ ਦੇ ਚੜ੍ਹੇ ਚੜ੍ਹਾਏ ਮਹਾਰਾਜ ਸਾਹਿਬ ਜੀ ਇਹਦੇ ਦਰਬਾਰ ਦੇ ਵਿੱਚ ਜਾ ਦਰਸ਼ਨ ਦਿੱਤੇ। ਸਤਿਗੁਰੂ ਮਹਾਰਾਜ ਸਾਹਿਬ ਜੀ ਜਦੋਂ ਇਹਦੀ ਤਾਜਪੋਸ਼ੀ ਕਰਨ ਲੱਗੇ ਤੇ ਤਾਜ ਆਪਣੇ ਹੱਥਾਂ ਵਿੱਚ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੁਝ ਸਮਾਂ ਰੁਕੇ ਨੇ, ਤਾਜ ਵੱਲ ਵੇਖਣ ਲੱਗ ਪਏ ਤੇ ਬਹਾਦਰ ਸ਼ਾਹ ਦੇ ਮਨ ਵਿੱਚ ਸ਼ੰਕਾ ਆਇਆ ਵੀ ਪਤਾ ਨਹੀਂ ਵੀ ਸਤਿਗੁਰੂ ਸਾਹਿਬ ਜੀ ਇੱਦਾਂ ਕਿਉਂ ਕਰ ਰਹੇ ਹਨ। ਬਹਾਦਰ ਸ਼ਾਹ ਨੇ ਪੁੱਛਿਆ ਮਹਾਰਾਜ ਬਖਸ਼ਿਸ਼ ਕਿਉਂ ਨਹੀਂ ਕਰਦੇ, ਤਾਜ ਕਿਉਂ ਨਹੀਂ ਪਹਿਨਾਉਂਦੇ, ਕੀ ਵੇਖ ਰਹੇ ਹੋ? ਤਾਂ ਕਲਗੀਧਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਬਹਾਦਰ ਸ਼ਾਹ ਅਸੀਂ ਵਿਚਾਰ ਰਹੇ ਹਾਂ ਕਿ ਅੱਜ ਜੇ ਤੇਰਾ ਪਿਓ ਔਰੰਗ ਜੇ ਪਾਪੀ ਹੁੰਦਾ ਤੇ ਉਹਨੂੰ ਪੁੱਛਦੇ ਉਹ ਰੰਗਿਆ ਤੂੰ ਤੇ ਮੇਰੇ ਲਾਲਾ ਨੂੰ ਜੰਗ ਦੇ ਵਿੱਚ ਸ਼ਹੀਦ ਕੀਤਾ, ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਮੇਰੇ ਚੌਂ ਪੁੱਤਰਾਂ ਨੂੰ, ਪਰ ਵੇਖ ਗੁਰੂ ਨਾਨਕ ਦਾ ਕਰ ਕਿੱਡਾ ਬਖਸ਼ਿੰਦੀ ਉਹ, ਮੈਂ ਤੇਰੇ ਪੁੱਤਰ ਨੂੰ ਦਿੱਲੀ ਦਾ ਤਾਜ ਬਖਸ਼ ਰਿਹਾ ਹਾਂ। ਧੰਨ ਗੁਰੂ ਕਲਗੀਧਰ ਮਹਾਰਾਜ ਦੇ ਬਚਨ ਸੁਣ ਕੇ ਬਹਾਦਰ ਸ਼ਾਹ ਦੇ ਹੱਥ ਜੁੜ ਗਏ। ਹੇ ਸੱਚਿਆ ਪਾਤਸ਼ਾਹ ਮਹਾਰਾਜ ਤੁਸੀਂ ਬਖਸ਼ਿੰਦ ਹੋ। ਇੱਦਾਂ ਸਾਹਿਬਾਂ ਨੇ ਬਹਾਦਰ ਸ਼ਾਹ ਨੂੰ ਤਖਤ ਬਖਸ਼ਿਆ। ਇਹ ਕਥਾ ਆਪਾਂ ਸੁਣੀ। ਫਿਰ ਨੌਨਿਦਾ ਖੱਤਰੀ ਆਗਰੇ ਦੇ ਰਹਿਣ ਵਾਲਾ ਬੜਾ ਵਿਦਵਾਨ ਪੁਰਖ ਹੈ, ਇਹਨੇ ਮਹਾਰਾਜ ਸਾਹਿਬ ਜੀ ਤੇ ਸਵਾਲ ਕੀਤਾ, ਸ਼ੰਕਾ ਕੀਤਾ ਵੀ ਹੇ ਸੱਚੇ ਪਾਤਸ਼ਾਹ ਜਿਹੜੇ ਕੇਸ ਨੇ ਇਹ ਤੁਸੀਂ ਰਖਾਏ ਨੇ, ਕੇਸਾਂ ਧਾਰੀ ਪੰਥ ਤੁਸੀਂ ਸਾਜਿਆ ਏ ਤੇ ਜਾਂ ਇਹ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਵੀ ਰਖਾਏ ਜਾਂ ਪਹਿਲਾਂ ਵੀ ਕੇਸ ਕੋਈ ਰੱਖਦਾ ਸੀ। ਗੁਰੂ ਮਹਾਰਾਜ ਕਹਿਣ ਲੱਗੇ ਤੂੰ ਵਿਦਵਾਨ ਹੈ, ਤੂੰ ਨਹੀਂ ਗ੍ਰੰਥ ਪੜ੍ਹੇ? ਉਹਨਾਂ ਦੇ ਵਿੱਚ ਜਿਹੜੇ ਪੁਰਾਣੇ ਹੋਏ ਨੇ ਉਹਨਾਂ ਸਾਰਿਆਂ ਦਾ ਕੇਸਾਂ ਦਾ ਜ਼ਿਕਰ ਨਹੀਂ ਆਉਂਦਾ। ਜਿਹਨੂੰ ਤੁਸੀਂ ਬ੍ਰਹਮਾ ਸ੍ਰਿਸ਼ਟੀ ਦਾ ਰਚੈਤਾ ਮੰਨਦੇ ਹੋ ਕਿ ਬ੍ਰਹਮਾ ਜੀ ਦੇ ਕੇਸ ਨਹੀਂ ਸਨ? ਕਹਿੰਦੇ ਵੀ ਮਹਾਰਾਜ ਲਿਖਿਆ ਤੇ ਇਦਾਂ ਹੀ ਹੈ ਵੀ ਬ੍ਰਹਮਾ ਦੇ ਵੀ ਜੂੜਾ ਸੀ ਤੇ ਦਾੜਾ ਪ੍ਰਕਾਸ਼ ਸੀ। ਸ਼ਿਵ ਜੀ ਦਾ ਵੀ ਮਹਾਰਾਜ ਜੂੜਾ ਕੇਸਾਂ ਧਾਰੀ ਹੋਣਾ ਲਿਖਿਆ ਹੈ। ਕ੍ਰਿਸ਼ਨ ਜੀ, ਰਾਮਚੰਦਰ ਜੀ, ਹੋਰ ਵੀ ਮਹਾਰਾਜ ਜਿੰਨੇ ਵੀ ਪੁਰਾਣੇ ਰਿਸ਼ੀ ਹੋਏ ਨੇ, ਰਿਸ਼ੀ ਮਹਾਤਮਾ ਕੇਸਾਂ ਧਾਰੀ ਤੇ ਦਾੜੇ ਵਾਲੇ
ਜਿੰਨੀਆਂ ਸੰਤ ਮੰਡਲੀਆਂ ਕੇਸਾਂ ਧਾਰੀ ਤੇ ਦਾੜੇ ਪ੍ਰਕਾਸ਼ ਵਾਲੀਆਂ ਹੋਈਆਂ, ਪਰ ਮਹਾਰਾਜ ਉਹ ਤਾਂ ਸਮਾਂ ਪੁਰਾਣਾ ਸੀ। ਸਤਿਗੁਰੂ ਸਾਹਿਬ ਜੀ ਹੁਣ ਸਮਾਂ ਬਦਲ ਗਿਆ ਏ। ਤੇ ਮਹਾਰਾਜ ਕਹਿੰਦੇ ਵੀ ਉਦੋਂ ਜਿਹੜਾ ਸੂਰਜ ਚੜ੍ਹਦਾ ਸੀ ਹੁਣ ਚੜ੍ਹਨੋਂ ਬੰਦ ਹੋ ਗਿਆ। ਵੀ ਜਿਹੜਾ ਉਹਨਾਂ ਯੁਗਾਂ ਦੇ ਵਿੱਚ ਚੰਦਰਮਾ ਦਿਖਦਾ ਸੀ, ਤਾਰੇ ਦਿਖਦੇ ਸਨ, ਵੀ ਉਹ ਚੰਦ ਤਾਰੇ ਬਦਲ ਗਏ ਨੇ। ਮਹਾਰਾਜ ਕਹਿੰਦੇ ਸੂਰਜ ਉਹੀ ਚੜ੍ਹ ਰਿਹਾ, ਤਾਰੇ ਉਹੀ ਪ੍ਰਕਾਸ਼ ਰਹੇ, ਚੰਦਰਮਾ ਉਹੀ ਚੜ੍ਹ ਰਿਹਾ, ਤੇ ਫਿਰ ਕੇਸਾਂ ਵਾਸਤੇ ਕਿਵੇਂ ਸਮਾਂ ਬਦਲ ਗਿਆ। ਫਿਰ ਮਹਾਰਾਜ ਨੇ ਦੱਸਿਆ ਵੀ ਇਹ ਕੁਰੀਤੀ ਕਿਵੇਂ ਚੱਲੀ। ਇਹ ਵੀ ਦੱਸਿਆ ਵੀ ਭਾਈ ਗੁਰੂ ਨਾਨਕ ਸਾਹਿਬ ਵੀ ਕੇਸ ਜਿਹੜੇ ਕਤਲ ਕਰਾਉਂਦੇ ਸੀ ਉਹਨਾਂ ਨੂੰ ਕੇਸ ਰੱਖਣ ਲਈ ਕਹਿੰਦੇ ਸਨ। ਸਭ ਤੋਂ ਪਹਿਲਾਂ ਭਾਈ ਮਰਦਾਨੇ ਦੇ ਕੇਸ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਰਖਾਏ। ਉਹ ਪ੍ਰਸੰਗ ਆਉਂਦਾ ਹੈ ਵੀ ਖੇਡ ਰਹੇ ਸੀ ਭਾਈ ਮਰਦਾਨਾ, ਇਹ ਵੀ ਖੇਡਣ ਜਾਂਦਾ ਸੀ। ਮਹਾਰਾਜ ਖੇਡਣ ਜਾਂਦੇ ਤੇ ਇਹਦਾ ਨਾਮ ਰੱਖਿਆ ਹੋਇਆ ਸੀ ਮਰ ਜਾਣਾ। ਵਾਪਸ ਘਰੇ ਨਾ ਆਇਆ ਤੇ ਉਹਦੀ ਮਾਈ ਆਈ, ਕਹਿਣ ਲੱਗੀ ਉਹ ਮਰ ਜਾਣਿਆ, ਇੰਨਾ ਹਨੇਰਾ ਹੋ ਗਿਆ ਤੂੰ ਆਇਆ ਨਹੀਂ ਖੇਡ ਕੇ। ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਜੀ ਵੀ ਬਾਲ ਉਮਰ ਵਿੱਚ ਸਨ, ਉਹਨਾਂ ਸੁਣ ਲਿਆ। ਆ ਕੇ ਕਹਿਣ ਲੱਗੇ ਮਾਈ ਇਹ ਮਰ ਜਾਣਾ ਤੂੰ ਕਿਹਨੂੰ ਕਹਿੰਦੀ ਹੈ? ਕਹਿੰਦੀ ਵੀ ਮੇਰੇ ਪੁੱਤ ਦਾ ਨਾਮ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਇਹਦਾ ਨਾਮ ਮਰ ਜਾਣਾ ਕਿਉਂ ਰੱਖਿਆ? ਦੱਸਿਆ ਵੀ ਮਹਾਰਾਜ ਮੇਰੇ 6 ਪੁੱਤਰ ਪਹਿਲਾਂ ਹੋਏ ਸਨ, 6 ਦੇ 6 ਮਰ ਗਏ, ਤੇ ਇਹਦਾ ਨਾਮ ਵੀ ਮੈਂ ਮਰ ਜਾਣਾ ਰੱਖਿਆ ਵੀ ਮਰ ਤਾਂ ਇਹਨੇ ਵੀ ਜਾਣਾ ਹੈ, ਵੀ ਜੇ 6 ਨਹੀਂ ਬਚੇ 7ਵਾਂ ਕਿੱਥੇ ਬਚਣਾ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਮਾਈ ਇਹ ਮਰ ਜਾਣਾ ਨਹੀਂ, ਇਹਦਾ ਨਾਮ ਮਰਦਾਨਾ ਰੱਖਦੇ, ਮਰਦਾ ਨਹੀਂ, ਇਹ ਨਹੀਂ ਮਰਦਾ। ਅੱਜ ਤੋਂ ਗਾਏ ਦੇ ਕੇਸਾਂ ਦੀ ਬੇਅਦਬੀ ਨਾ ਕਰੀ, ਇਹਦਾ ਜੂੜਾ ਕਰਨਾ, ਕੇਸ ਵੱਡੇ ਰੱਖਣੇ ਨੇ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਇਹ ਮਰੇਗਾ ਨਹੀਂ, ਇਹ ਸਦਾ ਅਮਰ ਰਹੇਗਾ ਸੰਸਾਰ 'ਤੇ। ਇਵੇਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਦੇ ਕੇਸ ਸਭ ਤੋਂ ਪਹਿਲਾਂ ਰਖਾਏ। ਕੇਸ ਰੱਖਣ ਵਾਸਤੇ ਮਹਾਰਾਜ ਹੁਕਮ ਕਰਦੇ ਰਹੇ। ਕੇਸਾਂ ਦੀ ਬੇਅਦਬੀ ਕਦੋਂ ਸ਼ੁਰੂ ਹੋਈ ਉਹ ਵੀ ਦੱਸੀ ਵੀ ਮੁਸਲਮਾਨਾਂ 'ਚ ਇਬਰਾਹੀਮ ਪੈਗੰਬਰ ਉਹ ਗਲਤੀ ਕਰ ਲਈ, ਤੇ ਗਲਤੀ ਦੀ ਸਜ਼ਾ ਇਹ ਹੋਈ ਵੀ ਹੁਣ ਤਾਂ ਤੁਹਾਡੀ ਗਰਦਨ ਵੱਢ ਦੇਣੀ ਚਾਹੀਦੀ ਹੈ, ਹੱਥ ਵੱਢ ਦੇਣੇ ਚਾਹੀਦੇ ਨੇ, ਸਰੀਰ ਕੰਗ ਵੱਢ ਦੇਣੇ ਚਾਹੀਦੇ। ਉਹਦੇ ਬਦਲੇ ਸੁੰਨਤ ਕਰਤੀ, ਮੁੱਛਾਂ ਦੇ ਵਾਲ ਵੱਢ ਤੇ, ਧੌਣ ਵੱਢਣ ਦੇ ਥਾਂ ਤੇ ਸਿਰ ਦੇ ਵਾਲ ਕਤਲ ਕਰਤੇ, ਤੇ ਇੰਨੇ ਦੇ ਵਿੱਚ ਹੀ ਫਿਰ ਬਖਸ਼ ਦਿੱਤੇ ਗਏ। ਸਾਖੀ ਉਹ ਲੰਮੀ ਹੈ, ਕਥਾ ਆਪ ਜੀ ਨੇ ਸੁਣੀ ਹੈ ਕੱਲ। ਇਬਰਾਹੀਮ ਤੋਂ ਬਾਅਦ ਫਿਰ ਇਹ ਉਮਤ ਦੇ ਵਿੱਚ ਪ੍ਰਥਾ ਹੀ ਪ੍ਰਚਲਿਤ ਹੋ ਗਈ। ਉਹਨਾਂ ਮਰਿਆਦਾ ਹੀ ਬਣਾ ਦਿੱਤੀ ਵੀ ਹੁਣ ਕਿਸੇ ਨੂੰ ਕੀ ਦੱਸਣ ਵੀ ਮੈਂ ਗਲਤੀ ਕੀਤੀ ਸੀ ਤੇ ਮੇਰੇ ਤਾਂ ਇੱਦਾਂ ਕੀਤਾ। ਕਹਿੰਦੇ ਵੀ ਇਹ ਮੁਸਲਮਾਨਾਂ ਨੂੰ ਨਿਯਮ ਹੀ ਇਹ ਹੈ ਵੀ ਮੁੱਛਾਂ ਮੁੰਨ ਕੇ ਤੇ ਸਿਰ ਮੁੰਨ ਕੇ ਰੱਖਣਾ ਹੈ, ਸੁੰਨਤ ਕਰਨੀ ਹੈ। ਫਿਰ ਹਿੰਦੂਆਂ ਵਿੱਚ ਕਿਵੇਂ ਪ੍ਰਥਾ ਆਈ? ਮਹਾਰਾਜ ਕਹਿਣ ਲੱਗੇ ਵੀ ਨੰਦ ਨਾਮ ਦੇ ਰਾਜੇ ਨੂੰ ਪਤਾ ਸੀ ਵੀ ਬ੍ਰਾਹਮਣ ਬੜੇ ਵਿਦਵਾਨ ਪੰਡਤ ਨੇ, ਪੜ੍ਹੇ ਲਿਖੇ ਨੇ, ਕੇਸਾਂ ਧਾਰੀ ਜਟਾ ਜੂਟ ਹੈ, ਮੰਤਰਾਂ ਦਾ ਬੜਾ ਜਾਪ ਕਰਦੇ ਹੈ, ਵੀ ਇਹ ਜੇ ਕਿਸੇ ਨਾਂ ਦਾ ਮੰਤਰ ਪੜ੍ਹ ਦੇਣ ਤੇ ਉਹਦੀ ਜਿੱਤ ਹੋ ਜਾਂਦੀ। ਵੀ ਇੱਦਾਂ ਨਾ ਹੋਵੇ ਵੀ ਕੱਲ੍ਹ ਨੂੰ ਕਿਸੇ ਨਾਲ ਰਲ ਕੇ ਉਹਨੂੰ ਰਾਜਾ ਬਣਾ ਦੇਣ ਤੇ ਮੇਰਾ ਤਖਤ ਖੋਹ ਲੈਣ। ਉਹਨੇ ਕੁਝ ਬ੍ਰਾਹਮਣ ਖਰੀਦੇ ਤੇ ਇੱਦਾਂ ਦਾ ਸ਼ਾਸਤਰਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ ਕੋਈ ਲਿਖ ਕੇ ਪਵਾਇਆ ਵੀ ਜਿਹੜੇ ਸਿਰ ਦੇ ਵਾਲ ਹਨ ਇਹ ਰੁੰਡ ਮੁੰਡ ਕਰ ਦੇਣੇ ਚਾਹੀਦੇ ਨੇ, ਮੂੰਹ ਦੇ ਵੀ ਚੰਗੀ ਤਰ੍ਹਾਂ ਰਗੜ ਦੇਣੇ ਚਾਹੀਦੇ ਹਨ। ਇੱਦਾਂ ਦੇ ਕੋਈ ਲਿਖ ਕੇ ਵਚਨ ਪਵਾ ਦਿੱਤੇ। ਫਿਰ ਸਹਿਜੇ ਜਿਹੜੇ ਬ੍ਰਾਹਮਣ ਸਨ ਉਹ ਵੀ ਜਟਾ ਜੂਟ ਦੀ ਥਾਂ ਤੇ ਰੋਡ ਮੋੜ ਜੇ ਹੋ ਗਏ, ਇਕੱਲੀ ਇੱਕ ਬੋਦੀ ਨਿਸ਼ਾਨੀ ਰੱਖ ਲਈ ਵੀ ਇਹ ਬ੍ਰਾਹਮਣ ਦੀ ਨਿਸ਼ਾਨੀ ਹੈ। ਇਵੇਂ ਹਿੰਦੂਆਂ ਦੇ ਵਿੱਚ ਵੀ ਕੇਸ ਕਤਲ ਕਰਨ ਦੀ, ਕੇਸਾਂ ਦੀ ਬੇਅਦਬੀ ਕਰਨ ਦੀ ਭੈੜੀ ਪ੍ਰਥਾ ਸ਼ੁਰੂ ਹੋਈ। ਇਸ ਕਰਕੇ ਮਹਾਰਾਜ ਕਲਗੀਧਰ ਜੀ ਨੇ ਸਮਝਾਇਆ ਉਹਨਾਂ ਦੇ ਖੱਤਰੀ ਨੂੰ ਵੀ ਕੇਸਾਂ ਧਾਰੀ ਹੋਣਾ ਇਹ ਤਾਂ ਪਰਮੇਸ਼ਰ ਵੱਲੋਂ ਹੁਕਮ ਹੈ। ਸਾਰੇ ਹੀ ਹੁਣ ਤੀਕਰ ਧਰਮਾਂ ਦੇ ਜਿਹੜੇ ਮਹਾਂਪੁਰਖ ਹੋਏ ਨੇ ਉਹ ਕੇਸਾਂ ਧਾਰੀ ਰਹੇ ਨੇ। ਇਹਦੇ ਬਾਅਦ ਦੇ ਵਿੱਚ ਕੁਝ ਲਾਲਚੀ ਲੋਕਾਂ ਨੇ ਇੱਦਾਂ ਦਾ ਕਰਮ ਕਰਕੇ, ਜੇ ਕੁਝ ਅੱਜ ਦੇ ਸਮੇਂ ਦੇ ਵਿੱਚ ਫੈਸ਼ਨ ਸਮਝ ਲੈਂਦੇ ਆ, ਜਦੋਂ ਕਿ ਮੁਹੰਮਦ ਈਸਾ ਜੀ ਸਤ ਸੰਗਤ ਪੈਗੰਬਰ ਈਸਾ ਜਾਂ ਜਿਨ੍ਹਾਂ ਨੂੰ ਯਿਸੂ ਮਸੀਹ ਕਹਿੰਦੇ ਨੇ, ਉਹਨਾਂ ਦੇ ਆਪ ਕੇਸ ਸਨ। ਈਸਾਈ ਜਿਹੜੀ ਫੋਟੋ ਲਾਉਂਦੇ ਆ ਉਹਨਾਂ ਦੀ ਉਹ ਕੇਸਾਂ ਧਾਰੀ ਲਾਉਂਦੇ ਆ ਵੀ ਕੇਸ ਵੀ ਪੂਰੇ ਪਿਛਾਂਹ ਨੂੰ ਬਸ ਲਮਕਾਏ ਆ ਤੇ ਦਾੜਾ ਵੀ ਹੈ, ਪਰ ਬਾਕੀ ਆਪ ਸਾਰੇ ਜਿਹੜੇ ਆ ਮੂੰਹ ਵੀ ਘਸਿਆ ਤੇ ਸਿਰ ਵੀ ਘਸਿਆ ਹੈ। ਇਹਦਾ ਭਾਵ ਇਹ ਹੈ ਵੀ ਉਹਨਾਂ ਦੇ ਪੈਗੰਬਰ ਨੇ ਤਾਂ ਨਹੀਂ ਨਾ ਸਿਰ ਮਨਾਇਆ, ਮੂੰਹ ਮਨਾਇਆ।
ਅਵਤਾਰੀ ਪੁਰਖ ਜਿਹੜੇ ਨੇ ਉਹ ਕੇਸਾਂ ਧਾਰੀ ਹੀ ਹੋਏ ਨੇ, ਧਰਮੀ ਪੁਰਖ ਕੇਸ ਰੱਖਦੇ ਆਏ ਨੇ। ਇਦਾਂ ਕਲਗੀਧਰ ਮਹਾਰਾਜ ਨੇ ਕੇਸਾਂ ਦੀ ਮਹਾਨਤਾ ਨੌਨੇ ਦੇ ਖੱਤਰੀ ਤੇ ਉਹਨਾਂ ਆਗਰੇ ਦੀਆਂ ਸੰਗਤਾਂ ਨੂੰ ਕਹੀ। ਉਪਦੇਸ਼ ਸਾਨੂੰ ਸਾਰਿਆਂ ਨੂੰ ਸਾਂਝਾ ਹੀ ਹੈ ਵੀ ਸਾਬਤ ਸੂਰਤ ਦਸਤਾਰ ਸਿਰਾ। ਵੀ ਸਾਬਤ ਤੋਂ ਭਾਵ ਹੁੰਦਾ ਹੈ ਵੀ ਆਪਣੇ ਚਿਹਰੇ ਤੇ ਆਪਣੇ ਸਿਰ ਦੇ ਕੇਸਾਂ ਤੇ ਬੇਅਦਬੀ ਨਹੀਂ ਕਰਨੀ। ਇਹ ਇੱਕ ਸਜ਼ਾ ਦੇ ਤੌਰ ਤੇ ਦੁਆਪਰ ਯੁੱਗ ਦੀ ਸਾਖੀ ਆਉਂਦੀ ਵੀ ਕ੍ਰਿਸ਼ਨ ਜੀ ਨੇ ਆਪਣੇ ਘਰਵਾਲੀ ਦੇ ਭਰਾ ਦੇ ਜਿਹੜੇ ਸਿਰ ਦੇ ਵਾਲ ਮੁੰਨੇ ਸਨ ਉਹਨੂੰ ਸਜ਼ਾ ਦਿੱਤੀ ਸੀ। ਇਸ ਤਰ੍ਹਾਂ ਸਜ਼ਾ ਦੇ ਤੌਰ ਤੇ ਪਹਿਲਾਂ ਜੇ ਕਿਸੇ ਨੂੰ ਸਜ਼ਾ ਦੇਣੀ, ਕਹਿੰਦੇ ਵੀ ਇਹਦੀ ਧੌਣ ਨਾ ਵੱਢੋ, ਇਹਦੇ ਸਿਰ ਦੇ ਵਾਲ ਵੱਢ ਦਿਓ। ਉਹ ਵਾਲ ਵੱਢ ਤੇ ਧੌਣ ਵੱਢਤੀ, ਉਹ ਸ਼ਰਮ ਦੇ ਨਾਲ ਹੀ ਬੰਦਾ ਮਰ ਜਾਂਦਾ ਸੀ। ਪਤਾ ਲੱਗਦਾ ਸੀ ਵੀ ਇਹਨੇ ਕੋਈ ਗਲਤੀ ਕੀਤੀ ਹੈ ਤਾਂ ਹੀ ਉਹਦੇ ਸਿਰ ਦੇ ਵਾਲ ਮੁੰਨੇ ਹਨ। ਹੁਣ ਤਾਂ ਸਾਰੇ ਇਧਰ ਨੂੰ ਆਰਾ ਹੀ ਚੱਲ ਗਏ ਜਾਂ ਕਹਿ ਲਓ ਕੰਬਾਈਨਾਂ ਹੀ ਚੱਲ ਗਈਆਂ ਨੇ। ਮਹਾਰਾਜ ਭਲਾ ਕਰਨ ਸਾਰਿਆਂ ਦਾ। ਸਤਿਗੁਰੂ ਕਲਗੀਧਰ ਮਹਾਰਾਜ ਦਾ ਪੰਥ ਕੇਸਾਂ ਧਾਰੀ ਹੈ। ਜਿਹੜੇ ਕੋਈ ਵੀਰ ਭੈਣ ਭਰਾ ਭੁਲੇਖੇ ਵਿੱਚ ਆ ਕੇ ਭੁੱਲ ਗਏ ਨੇ ਉਹ ਵੀ ਕੇਸਾਂ ਧਾਰੀ ਹੋ ਕੇ ਗੁਰੂ ਕਲਗੀਧਰ ਵਾਲਾ ਸਰੂਪ ਧਾਰਨ ਕਰੋ। ਇਹ ਪਵਿੱਤਰ ਕਥਾ ਦੇ ਵਿੱਚੋਂ ਮਹਾਰਾਜ ਦੇ ਸਾਨੂੰ ਉਪਦੇਸ਼ ਮਿਲ ਰਹੇ ਨੇ। ਆਓ ਜਿਵੇਂ ਤੋਂ ਅੱਗੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ। ਕਰਾਮਾਤ ਕਿਹੜੀ ਹੁੰਦੀ ਹੈ, ਸਤਿਗੁਰਾਂ ਦੇ ਤਰਕ ਕੀਤਾ ਸੀ ਸੈਯਦ ਨੇ, ਉਹ ਸਾਖੀ ਅੱਜ ਆਪਾਂ ਸਰਵਣ ਕਰਾਂਗੇ। ਗੁਰੂ ਕਲਗੀਧਰ ਮਹਾਰਾਜ ਦੇ ਚਰਨ ਕਮਲਾਂ ਦਾ ਧਰੋ ਧਿਆਨ। ਰਸਨਾ ਕਰੋ ਪਵਿੱਤਰ ਸਾਰੇ ਸੰਗਤ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਮੈਂ ਤਰ ਭਾਵਨੀ ਆਪਣੋ ਭਲੋ ਪਛਾਨ। ਮਹਾਰਾਜ ਸਾਹਿਬ ਜੀ ਆਗਰੇ ਦੇ ਵਿੱਚ ਹੀ ਸੁਭਾਏ ਮਾਨ ਨੇ ਤੇ ਇੱਥੋਂ ਦੇ ਇੱਕ ਖਾਨਾ ਪਠਾਨ ਜਿਹਦਾ ਪ੍ਰਸੰਗ ਪਹਿਲਾਂ ਵੀ ਆ ਚੁੱਕਾ ਹੈ, ਜਿਹਦਾ ਰੋਗ ਮਹਾਰਾਜ ਸਾਹਿਬ ਜੀ ਨੇ ਦੂਰ ਕੀਤਾ ਤੇ ਹੁਕਮ ਕੀਤਾ ਸੀ ਵੀ ਲੰਗਰ ਚਲਾਇਆ ਕਰ, ਸੇਵਾ ਕਰਿਆ ਕਰ, ਇੱਧਰ ਦਮੜੇ ਲਾਇਆ ਕਰ। ਕੁਝ ਕੁ ਦਿਨ ਲੰਘੇ ਤਾਂ ਉਹਨੇ ਫੇਰ ਮਨ ਵਿੱਚ ਵਿਚਾਰਿਆ ਵੀ ਮੇਰਾ ਭਲਾ ਤੇ ਇਹਦੇ ਵਿੱਚ ਹੀ ਹੈ ਵੀ ਅੱਗੇ ਤਾਂ ਮਹਾਰਾਜ ਦੇ ਮੈਂ ਦਰਸ਼ਨ ਕਰਕੇ ਆਇਆ ਵੀ ਹੁਣ ਮੇਰੇ ਘਰੇ ਵੀ ਮਹਾਰਾਜ ਦੇ ਚਰਨ ਪੈਣ। ਇਹ ਭਾਵਨਾ ਰੱਖ ਕੇ ਇਹਦੇ ਵਿੱਚ ਆਪਣਾ ਭਲਾ ਪਛਾਣ ਕੇ ਖਾਨਾ ਪਠਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਇਆ ਸਤਿਗੁਰਾਂ ਦੇ ਡੇਰੇ ਤੇ ਬਹੁਤ ਦੀਨ ਬਣਾ ਹੋ ਕੇ ਬੜਾ ਨਿਮਰਤਾ ਦੇ ਨਾਲ ਮਹਾਰਾਜ ਸਾਹਿਬ ਦੇ ਅੱਗੇ ਝੁਕਿਆ, ਸਾਹਿਬਾਂ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ। ਸਭਾ ਸਥਾਨ ਜਹਾਂ ਬਨਵਾਇਓ ਤੇ ਮਹਾਰਾਜ ਨੂੰ ਬੇਨਤੀ ਕੀਤੀ, ਪਾਤਸ਼ਾਹ ਆਪ ਕਿਰਪਾ ਕਰਕੇ ਤੇ ਮੇਰੇ ਘਰ ਦੇ ਵਿੱਚ ਚਰਨ ਪਾਓ। ਇਹ ਖਾਨਾ ਪਠਾਨ ਵੀ ਕਿਉਂਕਿ ਅਫਸਰ ਸੀ, ਕੋਈ ਅਹਿਲਕਾਰ, ਕੋਈ ਨਾ ਕੋਈ ਮਹਿਕਮੇ ਦੇ ਕੋਲ ਸਰਕਾਰ ਦਾ। ਤੇ ਜਿਵੇਂ ਬਹਾਦਰ ਸ਼ਾਹ ਦੀ ਸਭਾ ਲੱਗਦੀ ਹੈ ਬਾਦਸ਼ਾਹ ਦੀ, ਐਵੇਂ ਅਫਸਰਾਂ ਦੀਆਂ ਵੀ ਆਪੋ ਆਪਣੇ ਦਫ਼ਤਰ ਹੁੰਦੇ ਨੇ, ਆਫਿਸ ਹੁੰਦੇ ਨੇ। ਤੇ ਖਾਨਾ ਦਾ ਵੀ ਸਭਾ ਸੀ। ਸਭਾ ਤੋਂ ਭਾਵ ਸਭਾ ਸਥਾਨ ਕਹਿ ਦਿੰਦੇ, ਜਿਵੇਂ ਅੱਜ ਦੀ ਬੋਲੀ 'ਚ ਕਹਿੰਦੇ ਵੀ ਆਫਿਸ ਹੈ ਫਲਾਣੇ ਦਾ, ਦਫ਼ਤਰ ਹੈ। ਇਹ ਸਭਾ ਸਥਾਨ ਜਿੱਥੇ ਨੇ ਬਣਵਾਇਆ ਸੀ, ਜਿੱਥੇ ਬੈਠ ਕੇ ਇਹ ਕਿਸੇ ਦੇ ਲੋੜਵੰਦ ਦੀ, ਕਿਸੇ ਦੁਖੀ ਦੀ, ਕਿਤੇ ਦਰਦੀ ਦੀ ਕੋਈ ਫਰਿਆਦ ਸੁਣਦਾ, ਜਿਨ੍ਹਾਂ ਦੇ ਫੈਸਲੇ ਕਰਾਉਂਦਾ ਸੀ, ਉਹ ਸਭਾ ਸਥਾਨ ਵਿੱਚ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਬੇਨਤੀ ਕਰਕੇ ਤੇ ਆਪਣੇ ਘਰ ਨੂੰ ਗਿਆ ਤੇ ਜਿੱਥੇ ਸਭਾ ਬਣਾਈ ਹੈ, ਜਿੱਥੇ ਇਹਦਾ ਆਫਿਸ ਹੈ, ਉੱਥੇ ਹੀ ਮਹਾਰਾਜ ਜੀ ਨੂੰ ਲੈ ਕੇ ਗਿਆ ਏ। ਪਾਵਨ ਪਾਵਨ ਕੋ ਕਰੈ ਇਹਦੇ ਮਨ ਦੀ ਭਾਵਨਾ ਇਹ ਵੀ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਜਿਹੜੇ ਆਪਣੇ ਪਵਿੱਤਰ ਚਰਨ ਕਮਲ ਹਨ, ਇਹ ਜਦੋਂ ਮੇਰੇ ਘਰ ਦੇ ਵਿੱਚ ਪਾਉਣਗੇ, ਜਦੋਂ ਮੇਰੇ ਘਰ ਦੇ ਵਿੱਚ ਮਹਾਰਾਜ ਸਾਹਿਬ ਜੀ ਆਪਣੇ ਚਰਨ ਪਾਉਣਗੇ ਤਾਂ ਮੇਰੇ ਘਰ ਦੇ ਵਿੱਚ ਗੁਰਾਂ ਦੇ ਮੁਬਾਰਕ ਚਰਨ ਪੈਣ ਦੇ ਨਾਲ, ਸਾਹਿਬਾਂ ਦੇ ਚਰਨਾਂ ਦੀ ਮੁਬਾਰਕ ਚਰਣੇ ਸ਼ੋਭ ਪ੍ਰਾਪਤ ਹੋਣ ਦੇ ਨਾਲ ਮੇਰਾ ਘਰ ਬਾਰ ਪਵਿੱਤਰ ਹੋ ਜਾਵੇਗਾ। ਇਸ ਤਰ੍ਹਾਂ ਦੀ ਭਾਵਨਾ ਲੈ ਕਰਕੇ ਤੇ ਖਾਨਾ ਪਠਾਨ ਗੁਰੂ ਕਲਗੀਧਰ ਜੀ ਨੂੰ ਘਰੇ ਲੈ ਗਿਆ। ਜਿੱਥੇ ਅੰਦਰ ਸਭਾ ਸਥਾਨ ਦੇ ਵਿੱਚ
ਹੋਰ ਸਾਰੇ ਬੈਠਦੇ ਐ, ਖਾਨਾ ਆਪ ਬੈਠਦਾ ਏ। ਉੱਥੇ ਮਹਾਰਾਜ ਦੇ ਬੈਠਣ ਦੇ ਲਈ ਸਭ ਤੋਂ ਉੱਚੇ ਸਥਾਨ ਤੇ ਸੋਹਣੀਆਂ ਵਿਛਾਈਆਂ ਕਰਾਈਆਂ। ਆਦਰ ਸਤਿਗੁਰ ਤਾਹਾਂ ਬਿਠਾਏ। ਦੋਵੇਂ ਹੱਥ ਜੋੜ ਕੇ ਬੜੇ ਸਤਿਕਾਰ ਨਾਲ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਜੀ ਤੁਸੀਂ ਇਸ ਤਖਤ ਦੇ ਉੱਤੇ ਸੁਭਾਏਮਾਨ ਹੋਵੋ। ਅਨਿਕੇ ਕੋਰ ਜੋਰ ਕਰ ਦੀਨ। ਜਦੋਂ ਮਹਾਰਾਜ ਜੀ ਬਿਰਾਜ ਗਏ ਆਸਣ ਤੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਬੇਨਤੀਆਂ ਕਰਦਿਆਂ ਖਾਨਾ ਨਾਮ ਦੇ ਮੁਸਲਮਾਨ ਪਠਾਨ ਨੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦੇ ਅੱਗੇ ਭੇਟਾਵਾਂ ਅਰਪਣ ਕੀਤੀਆਂ। ਬੇਨਤੀ ਕੀਨ ਹੋਏ ਮਨ ਜੀਤ। ਜਿੱਥੇ ਭੇਟਾ ਮਹਾਰਾਜ ਅੱਗੇ ਅਰਪਣ ਕੀਤੀ ਹੈ ਉੱਥੇ ਦੀਨ ਮਨਾ ਹੋ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ। ਜੀ ਪ੍ਰਭ ਸੋ ਪ੍ਰਸੰਨ ਬਹੁ ਭਏ। ਤੇ ਮਹਾਰਾਜ ਸਾਹਿਬ ਜੀ ਬੇਨਤੀਆਂ ਸੁਣ ਕੇ ਇਹਦਾ ਪਿਆਰ ਵੇਖ ਕੇ ਤੇ ਕਲਗੀਧਰ ਜੀ ਬਹੁਤ ਹੀ ਖੁਸ਼ ਹੋਏ ਖਾਨਾ ਪਠਾਨ ਤੇ। ਅਕਬਰ ਕੇ ਮਾ ਤੁਲਤੇ ਜਯੋ। ਮਹਾਰਾਜ ਕਹਿਣ ਲੱਗੇ ਹੇ ਖਾਨਾ ਪਠਾਨ, ਜਿਹੜਾ ਅਕਬਰ ਬਾਦਸ਼ਾਹ ਹੋਇਆ ਹੈ ਨਾ, ਗਲਤ ਹੈ ਛੱਡ ਗਿਆ। ਅਕਬਰ ਕੇ ਪ੍ਰਥਮ ਖੁਸ਼ੀ ਪਈ ਸਤਿਗੁਰ ਸੁਖ ਦੇ। ਮਹਾਰਾਜ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਜਿੱਥੇ ਪ੍ਰਸੰਨ ਹੋਏ ਤੇ ਸਤਿਗੁਰੂ ਪ੍ਰਸੰਨ ਹੋ ਕੇ ਬਹੁਤ ਹੀ ਖੁਸ਼ੀਆਂ ਕੀਤੀਆਂ ਤੇ ਬਹੁਤ ਹੀ ਮਹਾਰਾਜ ਸਾਹਿਬ ਜੀ ਨੇ ਨਿਹਾਲ ਕੀਤਾ। ਪ੍ਰਥਮ ਖਾਨਾ ਜੋ ਭਇਓ। ਕਲਗੀਧਰ ਮਹਾਰਾਜ ਜੀ ਕਹਿਣ ਲੱਗੇ ਪਠਾਨ, ਇੱਕ ਤੇਰਾ ਨਾਮ ਹੈ ਨਾ ਖਾਨਾ, ਤੇਰੇ ਤੋਂ ਪਹਿਲਾਂ ਵੀ ਇੱਕ ਖਾਨਾ ਬੜਾ ਮਹਾਤਮਾ ਬੜਾ ਸੰਤ ਹੋਇਆ ਏ। ਅਕਬਰ ਕੇ ਮਾ ਤੁਲਤੇ ਜਯੋ। ਉਹ ਜੋ ਅਕਬਰ ਬਾਦਸ਼ਾਹ ਏ ਉਹਦੇ ਮਾਮੇ ਤੋਂ ਪੈਦਾ ਹੋਇਆ ਸੀ, ਭਾਵ ਅਕਬਰ ਦੇ ਮਾਮੇ ਦਾ ਪੁੱਤ ਸੀ ਖਾਨਾ। ਬਹੁ ਨੇਕੀ ਜਗ ਵਿਖੈ ਤੁਮਾਈ। ਉਹਨੇ ਜਗਤ ਦੇ ਵਿੱਚ ਬਹੁਤ ਨੇਕੀ ਕਮਾਈ। ਜਿਹੜਾ ਅਕਬਰ ਦਾ ਭਰਾ ਸੀ ਮਾਮੇ ਦਾ ਪੁੱਤ ਖਾਨਾ, ਕਲਗੀਧਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਪਠਾਨ ਜੀ ਉਹਨੇ ਬੜੇ ਚੰਗੇ ਕੰਮ ਕੀਤੇ, ਬਹੁਤ ਲੋਕਾਂ ਦਾ ਭਲਾ ਕਰਾਇਆ, ਕਿਉਂਕਿ ਭਰਾ ਬਾਦਸ਼ਾਹ ਸੀ ਤੇ ਜੇ ਕੋਈ ਉਹਦੇ ਕੋਲ ਦੁਖਿਆਰਾ ਆ ਜਾਂਦਾ ਤੇ ਉਹਨਾਂ ਦੇ ਦੁੱਖ ਦੂਰ ਕਰਾਉਂਦਾ। ਜਿੰਨਾ ਆਪ ਬਲ ਪੈਂਦਾ ਉਹਨਾਂ ਦੀ ਸੇਵਾ ਕਰਦਾ ਤੇ ਖੁਦਾ ਦੇ ਨਾਮ ਦੀਆਂ ਮਾਲਾ ਫੇਰਦਾ ਰਹਿੰਦਾ। ਬੜਾ ਹੀ ਨੇਕ ਤੇ ਬਹੁਤ ਹੀ ਪਵਿੱਤਰ ਸੰਤ ਨੂੰ ਹੋਈ ਹੈ ਅਕਬਰ ਦੇ ਸਮੇਂ ਇੱਕ ਖਾਨਾ। ਤਿਸ ਕੀ ਸਮਤਾ ਪਾਈ। ਤੇ ਕਲਗੀਧਰ ਮਹਾਰਾਜ ਪ੍ਰਸੰਨ ਹੋ ਕੇ ਕਹਿਣ ਲੱਗੇ ਜਿਹੜਾ ਉਹ ਅਕਬਰ ਦੇ ਸਮੇਂ ਇੱਕ ਨੇਕ ਸੰਤ ਇੱਕ ਖੁਦਾ ਦਾ ਬੰਦਾ ਹੋਇਆ ਹੈ ਖਾਨਾ। ਮਹਾਰਾਜ ਕਹਿੰਦੇ ਹੇ ਖਾਨਾ ਪਠਾਨ, ਤੂੰ ਵੀ ਨੇਕੀ ਦੇ ਵਿੱਚ ਉਹਦੀ ਬਰਾਬਰੀ ਹੀ ਪਾ ਲਈ ਹੈ। ਤੂੰ ਵੀ ਕਹਿੰਦੇ ਵੀ ਉਹਦੇ ਵਰਗਾ ਸੰਤੀਆਂ ਰੱਬ ਦਾ ਬੰਦਾ ਹੀ ਹੈ। ਜਦੋਂ ਮਹਾਰਾਜ ਨੇ ਇਹਦੀ ਤੁਲਨਾ ਕੀਤੀ ਨਾ, ਜਿਹੜਾ ਇਹ ਤੋਂ ਪਹਿਲਾਂ ਇਸੇ ਨਾਮ ਦਾ ਬੰਦਾ ਹੋ ਗਿਆ ਵੀ ਉਹ ਬੜਾ ਨੇਕ ਹੋਇਆ ਸੀ, ਮੁਸਲਮਾਨਾਂ 'ਚ ਬੜਾ ਮਾਣ ਤੇ ਸਨਮਾਨਯੋਗ। ਮਹਾਰਾਜ ਨੇ ਜਦੋਂ ਕਿਹਾ ਵੀ ਤੂੰ ਵੀ ਉਹਦੇ ਬਰਾਬਰ ਦੀ ਪਦਵੀ ਪਾ ਲਈ ਆ ਖਾਨਾ ਪਠਾਨ, ਸਤਿਗੁਰਾਂ ਦਾ ਬਚਨ ਸੁਣ ਕੇ ਬਹੁਤ ਹੀ ਖੁਸ਼ ਹੋਇਆ। ਆ ਪਾਤਸ਼ਾਹ ਬਖਸ਼ਾ ਕਰ ਰਹੇ ਨੇ, ਹੱਥ ਜੁੜੇ ਨੇ ਤੇ ਅੱਖਾਂ ਦੇ ਨਾਲ ਕਹਿੰਦੇ ਟਿਕ ਟਿਕੀ ਲਾ ਕੇ ਮਹਾਰਾਜ ਦੇ ਸਰੂਪ ਨੂੰ ਵੇਖ ਰਿਹਾ। ਅੱਖਾਂ ਭਰ ਕੇ ਮਾਨੋ ਵੀ ਅੱਖਾਂ ਰੂਪੀ ਭਾਂਡੇ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਰੂਪੀ ਅੰਮ੍ਰਿਤ ਹੀ ਪੀ ਰਿਹਾ ਹੈ। ਏਦਾਂ ਮਹਾਰਾਜ ਦੇ ਸਰੂਪ ਦੇ ਕਹਿੰਦੇ ਦਰਸ਼ਨ ਕਰ ਰਿਹਾ ਹੈ ਤੇ ਸਾਹਿਬਾਨਾਂ ਭਜਨ ਬਲਾਸ ਹੋਏ। ਇਹਦੀ ਸਭਾ ਦੇ ਵਿੱਚ ਜਿੱਥੇ ਪਠਾਨ ਬੈਠਾ ਏ, ਸਤਿਗੁਰਾਂ ਨੂੰ ਉੱਚੇ ਸਿੰਘਾਸਨ ਤੇ ਬਿਠਾਇਆ ਏ। ਇਹਦੀ ਕਚਹਿਰੀ ਦੇ ਵਿੱਚ ਹੋਰ ਵੀ ਕਈ ਜਿਹੜੇ ਤੁਰਕ ਕੋਈ ਵਿਦਿਆ ਦੇ ਵਿੱਚ ਪੜ੍ਹੇ ਲਿਖੇ ਕੋਈ ਸਿਆਣੇ ਬੈਠੇ ਹੋਏ ਸਨ। ਕਾਜੀ ਲੋਕ ਵੀ ਬੈਠੇ ਨੇ ਜਿਹੜੇ ਉਸ ਸਮੇਂ ਦੇ ਜੱਜ ਮੰਨੇ ਜਾਂਦੇ ਨੇ, ਮੁੱਲਾ ਆਦਿਕ ਜਿਹੜੇ ਵਿਦਿਆ ਪੜ੍ਹਾਉਂਦੇ ਹਨ ਤੇ ਹੋਰ ਵੀ ਸਮੂਹ ਮੁਸਲਮਾਨ ਅਫਸਰ ਬੈਠੇ ਨੇ। ਉਹਨਾਂ ਦੇ ਵਿੱਚ ਹੀ ਕਲਗੀਧਰ ਮਹਾਰਾਜ ਜੀ ਬਿਰਾਜੇ ਨੇ। ਸਾਹਿਬਾਂ ਦੇ ਗਲ ਤੇ ਗਾਤਰੇ ਸ਼ਮਸ਼ੇਰ ਪਹਿਨੀ ਹੋਈ ਹੈ ਤੇ ਸ਼ਮਸ਼ੇਰ ਪਹਿਨੀ ਹੋਈ ਏਦਾਂ ਮਹਾਰਾਜ ਫੱਬ ਰਹੇ ਨੇ ਵੀ ਜਿਵੇਂ ਬੱਬਰ ਸ਼ੇਰ ਬੈਠਾ ਹੁੰਦਾ ਏ। ਬੈਠੇ ਵਿੱਚ ਸਭ ਕੇਰ ਵਡੇਰ। ਸਾਰਿਆਂ ਤੋਂ ਵੱਡੇ ਬਣ ਕੇ ਤੇ ਸਾਰਿਆਂ ਤੋਂ ਉੱਚੇ ਆਸਣ ਤੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਬਿਰਾਜ ਰਹੇ ਨੇ। ਦਰਸ਼ਨ ਨਰ ਨਿਜ ਗਰੀਬ ਨਿਵਾਵੈ। ਮਹਾਰਾਜ ਦੇ ਆ ਕੇ ਮਾਈ ਭਾਈ ਦਰਸ਼ਨ ਕਰ ਰਹੇ ਨੇ ਤੇ ਸਤਿਗੁਰਾਂ ਨੂੰ ਸਿਰ ਝੁਕਾ ਕੇ ਸਿਜਦਾ ਕਰਦੇ ਮੱਥਾ ਟੇਕਦੇ ਹਨ। ਜੋ ਪੂਜੈ ਉਤਰ ਫਰਮਾਵੈ।
ਤੇ ਜਿਹੜਾ ਵੀ ਕੋਈ ਆ ਕੇ ਮਹਾਰਾਜ ਕੋਲ ਪ੍ਰਸ਼ਨ ਪੁੱਛਦਾ, ਕੋਈ ਆਪਣਾ ਦੁੱਖ ਕਹਿੰਦਾ, ਕੋਈ ਸਵਾਲ ਕਹਿੰਦਾ, ਮਹਾਰਾਜ ਝਾਟੀ ਉਹਦੀ ਕਲਿਆਣ ਵਾਸਤੇ ਉੱਤਰ ਦਿੰਦੇ, ਉਹਨੂੰ ਨਿਹਾਲ ਕਰ ਦਿੰਦੇ। ਸਤਿਗੁਰ ਕੀ ਵਿਸਾਲ ਵਡਿਆਈ। ਏਦਾਂ ਸਾਧ ਸੰਗਤ ਜੀ ਆਗਰੇ ਦੇ ਵਿੱਚ ਸਭਾ 'ਚ ਬੈਠੇ ਨੇ ਖਾਨੇ ਪਠਾਨ ਦੇ, ਤੇ ਮਹਾਰਾਜ ਸਾਹਿਬ ਦੀ ਬਹੁਤ ਵੱਡੀ ਵਡਿਆਈ ਹੋ ਰਹੀ ਹੈ। ਸਤਿਗੁਰੂ ਸਾਹਿਬ ਜੀ ਅੱਗੇ ਸਭ ਝੁਕ ਝੁਕ ਕੇ ਨਮਸਕਾਰਾਂ ਕਰ ਰਹੇ ਨੇ। ਦੁਸ਼ਟ ਨਰਨ ਤੇ ਜਰੀ ਨ ਜਾਏ। ਤੇ ਜਿੱਥੇ ਪਿਆਰ ਕਰਨ ਵਾਲੇ ਮਹਾਰਾਜ ਨੂੰ ਵੇਖ ਕੇ ਖੁਸ਼ ਹੁੰਦੇ ਆ, ਗੁਰਾਂ ਦਾ ਪ੍ਰਤਾਪ ਵੇਖ ਕੇ, ਉੱਥੇ ਕੋਈ ਦੁਸ਼ਟ ਬੰਦੇ ਵੀ ਹੁੰਦੇ ਨੇ ਨਾ, ਉਹਨਾਂ ਕੋ ਮਹਾਰਾਜ ਦੀ ਸੋਭਾ, ਸਤਿਗੁਰੂ ਦੀ ਵਡਿਆਈ ਜਰੀ ਨਹੀਂ ਜਾਂਦੀ, ਸੜ ਬਲ ਜਾਂਦੇ ਨੇ ਗੁਰਾਂ ਦਾ ਪ੍ਰਤਾਪ ਵੇਖ ਕੇ। ਸਿਆੰਦ ਕੋ ਸੈਯਦ ਬੀਤ। ਜਿਹੜੇ ਮਹਾਰਾਜ ਦੀ ਵਡਿਆਈ ਵੇਖ ਕੇ ਸੜਦੇ ਸਨ, ਉਹਨਾਂ ਦੇ ਵਿੱਚੋਂ ਹੀ ਇੱਕ ਸਾਧ ਸੰਗਤ ਸਰਹੰਦ ਦੇ ਰਹਿਣ ਵਾਲਾ ਜਿਹੜਾ ਸੂਬਾ ਸਰਹੰਦ ਹੈ ਨਾ, ਵਜ਼ੀਰ ਖਾਨ, ਇਹਦਾ ਕੋਈ ਸੱਜਣ ਮਿੱਤਰ ਜਿਹਦੀ ਰਿਸ਼ਤੇਦਾਰੀ ਵਿੱਚੋਂ ਸੈਯਦ ਸੀ। ਇਹ ਵੀ ਆਗਰੇ ਜਿੱਥੇ ਮਹਾਰਾਜ ਬੈਠੇ ਨੇ ਖਾਨਾ ਪਠਾਨ ਦੀ ਸਭਾ ਵਿੱਚ, ਇਹ ਵੀ ਉੱਥੇ ਹੀ ਬੈਠਾ ਹੋਇਆ ਸੀ। ਇੱਕ ਪ੍ਰਭ ਕੋ ਖੁਨ ਸਿਓ ਮਤ ਨੀਚ। ਇਹ ਨੀਚ ਮਤ ਵਾਲਾ ਇਹ ਦੁਸ਼ਟ ਬੰਦਾ ਜਦੋਂ ਇਹਨੇ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਬੈਠੇ ਆ, ਤੇ ਸਾਡੇ ਮੁਸਲਮਾਨ ਇਹਨਾਂ ਨੂੰ ਝੁਕ ਝੁਕ ਕੇ ਸਲਾਮਾਂ ਕਰ ਰਹੇ ਆ, ਵੀ ਖਾਨਾ ਪਠਾਨ ਨਮਸਕਾਰਾਂ ਕਰ ਰਹੇ ਆ, ਇਹ ਹੋਰ ਕਾਜੀ ਮੁਲਾਣੇ ਇਹਨਾਂ ਅੱਗੇ ਝੁਕ ਰਹੇ ਆ। ਇਹ ਵੇਖ ਕੇ ਕਹਿੰਦੇ ਸੜ ਬਲ ਗਿਆ, ਬੜੀ ਈਰਖਾ ਖਾਧੀ ਇਹਨੇ। ਆਇਓ ਤਾਹੇ ਤੁਮ ਹਿੰਦਨ ਪੀਰ। ਮਹਾਰਾਜ ਤੇ ਤਰਕ ਜਿਹਾ ਕਰਕੇ ਕਹਿਣ ਲੱਗਾ, ਸਤਿਗੁਰੂ ਜੀ ਤੁਸੀਂ ਆਪਣੇ ਆਪ ਨੂੰ ਹਿੰਦ ਦੇ ਪੀਰ ਖਵਾਉਂਦੇ ਹੋ, ਸਾਰੇ ਹਿੰਦੂ ਤੁਹਾਨੂੰ ਆਪਣਾ ਪੀਰ ਮੰਨਦੇ ਆ, ਭਾਵ ਹਿੰਦੂ ਲੋਕ ਵੀ ਤੁਹਾਨੂੰ ਆਪਣਾ ਵੱਡਾ ਮੰਨਦੇ, ਆਗੂ ਮੰਨਦੇ ਨੇ। ਸਭ ਮਾਨਤ ਹੈ ਜਾਨ ਗਹੀਰ। ਆ ਤੁਹਾਨੂੰ ਸਾਰੇ ਗਹੀਰ ਕੀ ਵੀ ਵੱਡਾ ਹੀ ਤਗੜਾ ਹੀ ਜਾਣ ਕੇ ਸਾਰੇ ਹਿੰਦੂ ਜਿੱਥੇ ਮੰਨਦੇ ਆ, ਤੁਹਾਨੂੰ ਹਿੰਦੂ ਆਪਣਾ ਵੱਡਾ ਪੂਜਨੀਕ ਮੰਨਦੇ ਆ। ਮਹਾਰਾਜ ਜਿੱਥੇ ਹੋਰ ਮਤਾਂ ਦੇ ਲੋਕ ਮੰਨਦੇ ਆ, ਸਿੱਖ ਤੁਹਾਨੂੰ ਗੁਰੂ ਰੂਪ ਕਰਕੇ ਮੰਨਦੇ ਹਨ। ਪਰ ਮੇਰਾ ਮਹਾਰਾਜ ਤੁਹਾਡੇ ਦੇ ਸਵਾਲ ਹੈ ਵੀ ਹਿੰਦੂ ਤੁਹਾਡੇ ਅੱਗੇ ਝੁਕੀ ਜਾਂਦੇ ਆ, ਸਿੱਖਾਂ ਦੇ ਝੁਕਣਾ ਹੀ ਆ, ਹੋਰ ਵੀ ਕਈ ਸਾਡੇ ਕਾਜੀ ਮਲਾਣੇ ਤੁਹਾਡੇ ਅੱਗੇ ਝੁਕੇ ਫਿਰਦੇ ਨੇ। ਇਹ ਦੱਸੋ ਵੀ ਤੁਹਾਡੇ 'ਚ ਕੋਈ ਕਰਾਮਾਤ ਵੀ ਹੈਗੀ ਹੈ, ਕੋਈ ਸ਼ਕਤੀ ਵੀ ਕੋਲ ਰੱਖਦੇ ਹੋ? ਕਿਉਂਕਿ ਇਸਲਾਮ ਦੇ ਵਿੱਚ ਖਾਸ ਕਰਕੇ ਕਰਾਮਾਤ ਨੂੰ ਬੜਾ ਇਹ ਮੰਨਿਆ ਗਿਆ ਹੈ। ਉਹਨਾਂ ਦੀ ਨਿਸ਼ਾਨੀ ਇਹ ਆ, ਉਹ ਨਾ ਰੱਖੀ ਹੋਈ ਵੀ ਜਿਹਦੇ ਵਿੱਚ ਕੋਈ ਕਰਾਮਾਤ ਹੋਵੇ ਤੇ ਉਹੀ ਪੀਰ ਫਕੀਰ ਹੁੰਦਾ ਹੈ, ਦੂਜਾ ਨਹੀਂ। ਤੇ ਮਹਾਰਾਜ ਸਾਹਿਬ ਦੇ ਤਰਕ ਕਰਦੇ ਸਰਹੰਦ ਦਾ ਜਿਹੜਾ ਸਜਦ ਸੀ, ਕਹਿਣ ਲੱਗਾ ਮਹਾਰਾਜ ਕੋਈ ਸ਼ਕਤੀ ਵੀ ਰੱਖਦੇ, ਕੋਈ ਤਾਕਤ ਰੱਖਦੇ ਹੋ ਜਾਂ ਨਹੀਂ ਰੱਖਦੇ? ਮਹਾਰਾਜ ਤੁਹਾਡੇ ਵਿੱਚ ਕੋਈ ਸ਼ਕਤੀ, ਕੋਈ ਤਾਕਤ, ਕੋਈ ਅਜ਼ਮਤ ਹੈ? ਜੇ ਹੈਗੀ ਆ ਤਾਂ ਦੱਸੋ, ਤੇ ਜੇ ਨਹੀਂ ਹੈਗੀ ਵੀ ਮੇਰੇ ਕੋਲੋਂ ਬਲ ਨਹੀਂ ਆਇਆ, ਤਾਂ ਸਾਰੀ ਵਿਧੀ ਖੋਲ ਕੇ ਦੱਸੋ ਵੀ ਕਰਾਮਾਤ ਰੱਖਦੇ ਹੋ ਜਾਂ ਨਹੀਂ ਰੱਖਦੇ ਹੋ। ਕਿਉਂਕਿ ਮਹਾਰਾਜ ਮੈਂ ਚਿੱਤ ਦੇ ਵਿੱਚ ਨਿਰਣਾ ਕਰਿਆ ਚਾਹੁੰਦਾ ਹੈ ਵੀ ਵਾਕਿਆ ਤੁਸੀਂ ਪੀਰ ਹੋ, ਸਾਰੇ ਲੋਕ ਵੀ ਤੁਹਾਨੂੰ ਪੀਰ ਮੰਨਦੇ ਆ, ਗੁਰੂ ਮੰਨਦੇ ਆ, ਝੁਕਦੇ ਆ, ਨਮਸਕਾਰਾਂ ਕਰਦੇ ਆ, ਵੀ ਤੁਹਾਡੇ ਵਿੱਚ ਵਾਕਿਆ ਕੋਈ ਸ਼ਕਤੀ ਹੈਗੀ ਆ ਜਾਂ ਨਹੀਂ ਹੈ। ਮੈਂ ਤੇ ਕਹਿੰਦਾ ਜਿੱਥੇ ਕਿੱਥੇ ਵੀ ਜਾਣਾ ਹੈ ਵੀ ਸਾਰੇ ਤੁਹਾਡਾ ਹੀ ਸੁਜਸ ਕਰਦੇ ਆ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਬੜੇ ਤਗੜੇ ਆ, ਵੀ ਬੜੇ ਯੋਧੇ ਆ, ਵੀ ਬੜੇ ਸ਼ਕਤੀਸ਼ਾਲੀ ਆ। ਤੇ ਸਜਦ ਕਹਿੰਦਾ ਵੀ ਮੈਂ ਨਿਰਣਾ ਕਰਨਾ ਚਾਹੁੰਦਾ ਏ ਵੀ ਵਾਕਿਆ ਹੀ ਤੁਹਾਡਾ ਜਿਹੜਾ ਜਸ ਹੋ ਰਿਹਾ ਸਹੀ ਹੋ ਰਿਹਾ ਜਾਂ ਸਾਰੇ ਝੂਠ ਹੀ ਬੋਲਦੇ ਆ, ਵੀ ਤੁਹਾਡੇ 'ਚ ਕੋਈ ਪਾਇਆ ਹੈ, ਤੁਹਾਡੇ 'ਚ ਕੋਈ ਤਾਕਤ ਹੈ ਤਾਂ ਦੱਸੋ। ਜਦੋਂ ਮਹਾਰਾਜ ਨੇ ਵੇਖਿਆ ਨਾ ਵੀ ਇਹ ਉਸ ਭਾਵਨਾ ਨਾਲ ਨਹੀਂ ਪੁੱਛ ਰਿਹਾ ਜਿਹੜੀ ਸਿੱਖਾਂ ਵਾਲੀ ਹੁੰਦੀ ਹੈ, ਪੁੱਛ ਸਿੱਖ ਵੀ ਸਕਦਾ ਹੈ ਵੀ ਮਹਾਰਾਜ ਤੁਹਾਡੇ 'ਚ ਕਿੱਡੀ ਕਰਾਮਾਤ ਹੈ। ਇਹ ਪੁੱਛ ਰਿਹਾ ਤਰਕ ਦੇ ਹਿਸਾਬ ਦੇ ਨਾਲ, ਨੀਵਾਂ ਵਿਖਾਉਣ ਵਾਲੇ ਹਿਸਾਬ ਦੇ ਨਾਲ। ਜਦੋਂ ਮਹਾਰਾਜ ਨੇ ਵੇਖਿਆ ਨਾ ਵੀ ਇਹਨੇ ਤਰਕ ਕੀਤਾ ਏ, ਮਹਾਰਾਜ ਨੇ ਆਪਣੇ ਸ਼੍ਰੋਮਣੀ ਮੁਖ ਤੋਂ ਕਿਹਾ ਵੀ ਸਈਅਦ ਜੀ ਕਰਾਮਾਤਾਂ ਦੇ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਸ਼ਕਤੀਆਂ, ਕਰਾਮਾਤਾਂ ਇੱਕ ਤਰ੍ਹਾਂ ਦੀ ਥੋੜਾ ਹੈ, ਸੰਸਾਰ 'ਚ ਕਈ ਤਰ੍ਹਾਂ ਦੀਆਂ ਕਰਾਮਾਤਾਂ ਨੇ। ਆ ਵੇਖੋ ਜਿਹੜਾ ਤੁਹਾਡਾ ਬਾਦਸ਼ਾਹ ਹੈ ਬਹਾਦਰ ਸ਼ਾਹ, ਇਹਦੇ ਕੋਲ ਵੀ ਕਰਾਮਾਤ ਹੈ। ਕਹਿੰਦੇ ਮਹਾਰਾਜ ਕਿਹੜੀ
ਜਿਹੜੀ ਕਹਿੰਦੇ ਵੀ ਇਹਦਾ ਜਿਹੜਾ ਮੂੰਹ ਆ ਨਾ, ਇਹਦੀ ਜਿਹੜੀ ਜ਼ੁਬਾਨ ਹੈ ਉਹਦੇ ਵਿੱਚ ਆ, ਇਹਦੀ ਜ਼ੁਬਾਨ ਦੇ ਵਿੱਚ ਹੀ ਕਰਾਮਾਤ ਹੈ। ਕਰਾਮਾਤ ਹੈ ਬਿਦਤੀ ਉਦਾਰੀ। ਕਹਿੰਦੇ ਬਹੁਤ ਪ੍ਰਗਟ ਹੀ ਬਹਾਦਰ ਸ਼ਾਹ ਦੀ ਜ਼ੁਬਾਨ ਤੇ ਵੀ ਇੱਕ ਕਰਾਮਾਤ ਵਸਦੀ ਹੈ। ਅਰੇ ਰੰਕ ਤੇ ਪੰਜ ਹਜ਼ਾਰੀ। ਉਹ ਕਿਹੜੀ ਕਰਾਮਾਤ ਹੈ? ਸਤਿਗੁਰੂ ਦੱਸਦੇ ਵੀ ਕੋਈ ਰੰਕ ਜਿਹਾ ਹੋਵੇ, ਕੋਈ ਕੰਗਾਲ, ਕੋਈ ਗਰੀਬ ਗੁਰਬਾ ਜਿਹਾ ਹੋਵੇ ਤੇ ਬਹਾਦਰ ਸ਼ਾਹ ਕਹਿ ਦਵੇ ਨਾ ਵੀ ਅੱਜ ਤੋਂ ਤੂੰ ਮੇਰੀ 5000 ਫੌਜ ਦਾ ਜਰਨੈਲ। ਕਹਿੰਦੇ ਉਹਦੀ ਜ਼ੁਬਾਨ 'ਚ ਕਰਾਮਾਤ ਹੈ, ਕਿਉਂਕਿ ਬਾਦਸ਼ਾਹ ਦਾ ਹੀ ਹੁਕਮ ਚੱਲਣਾ ਹੈ ਨਾ, ਮੋਹਰ ਤਾਂ ਉਹਦੀ ਚੱਲਣੀ ਹੈ, ਸੈਨ ਤਾਂ ਉਹਦੇ ਚੱਲਣੇ ਨੇ। ਤੇ ਜੇ ਬਹਾਦਰ ਸ਼ਾਹ ਆਪਣੀ ਜ਼ੁਬਾਨ ਤੋਂ ਗਰੀਬ ਜੇ ਨੂੰ ਕਿਸੇ ਨੂੰ ਕਹਿ ਦਏ ਵੀ ਤੂੰ 5000 ਫੌਜ ਦਾ ਮੁਖੀ, ਤਾਂ ਉਸੇ ਵੇਲੇ ਉਹ ਅਫਸਰ ਬਣ ਜਾਂਦਾ ਏ। ਨਾਰਕਨ ਅਪਰ ਬਨੇ ਅਨਸਾਰੀ। ਤੇ ਅਨੇਕਾਂ ਹੀ ਮਨੁੱਖ ਉਸੇ ਵੇਲੇ ਉਹਦੇ ਅਨਸਾਰੀ ਹੋ ਜਾਂਦੇ, ਜਿਹਨੂੰ ਕੋਈ ਪੁੱਛਦਾ ਨਾ ਹੋਵੇ। ਪਰ ਜੇ ਬਾਦਸ਼ਾਹ ਆਪਣੀ ਜ਼ੁਬਾਨ ਤੋਂ ਕਹਿ ਦਵੇ ਤੂੰ 5000 ਹੀ ਜਰਨੈਲ ਏ ਮੇਰਾ, ਤੇ ਉਸੇ ਵੇਲੇ ਉਹਦੇ ਅਨੁਸਾਰ ਅਨੇਕਾਂ ਹੀ ਲੋਕ ਹੋ ਜਾਂਦੇ ਹਨ। 5000 ਕੋ ਜੇ ਚਾਹੇ। ਤੇ ਸਤਿਗੁਰੂ ਕਹਿੰਦੇ ਉਹਦੀ ਜ਼ੁਬਾਨ ਤੇ ਘੋਰ ਕਰਾਮਾਤ ਹੈ ਵੀ ਜੇ ਕੋਈ 5000 ਫੌਜ ਦਾ ਮੁਖੀ ਹੋਵੇ, ਭਾਵ ਇੱਥੇ ਲੈ ਲੈਣਾ ਵੀ ਜੇ ਕੋਈ ਅਫਸਰ ਹੋਵੇ, ਕੋਈ ਮੰਤਰੀ, ਕੋਈ ਵਜ਼ੀਰ ਹੋਵੇ, ਰੰਕ ਕਰੈ ਸਿਨ ਮਾਹੈ। ਤੇ ਜੇ ਬਹਾਦਰ ਸ਼ਾਹ ਉਹਦੇ ਤੇ ਨਾਰਾਜ਼ ਹੋ ਕੇ ਤੇ ਉਹਦੇ ਅਹੁਦੇ ਤੋਂ ਉਹਨੂੰ ਡਿਸਮਿਸ ਕਰ ਦਵੇ, ਤਾਂ ਝੱਟ ਹੀ ਉਹ ਕੰਗਲਾ ਹੋ ਸਕਦਾ ਹੈ, ਵਿਹਲਾ ਹੋ ਕੇ ਘਰੇ ਬਹਿ ਸਕਦਾ ਹੈ। ਇਹ ਬਹਾਦਰ ਸ਼ਾਹ ਦੀ ਜ਼ੁਬਾਨ ਵਿੱਚ ਕਰਾਮਾਤ ਹੀ ਹੈ ਨਾ, ਵੀ ਜ਼ੁਬਾਨ ਤੋਂ ਕਹਿ ਕੇ ਜਿਹਨੂੰ ਮਰਜ਼ੀ ਉਹ ਅਫਸਰ ਬਣਾ ਸਕਦਾ ਹੈ, ਤੇ ਜਿਹਨੂੰ ਮਰਜ਼ੀ ਕਹਿ ਕੇ ਉਹ ਅਫਸਰ ਦੇ ਅਹੁਦੇ ਤੋਂ ਲਾ ਕੇ ਤੇ ਘਰੇ ਬਹਾ ਸਕਦਾ ਏ। ਮਾਰੈ ਬਖਸ਼ੈ ਦੇਰ ਬਹੀਦਾ। ਕਹਿੰਦੇ ਵੀ ਉਹਨੂੰ ਮਾਰ ਦਵੇ, ਉਹਨੂੰ ਬਖਸ਼ ਦਵੇ, ਬਿਨਾਂ ਦੇਰੀ ਤੋਂ ਜੋ ਚਾਹੇ ਉਹੀ ਕਰ ਸਕਦਾ ਹੈ। ਉਹਦਾ ਹੁਕਮ ਚੱਲਣਾ, ਉਹਨੇ ਤਾਂ ਮੂੰਹੋਂ ਉਹਨੇ ਜ਼ੁਬਾਨੋਂ ਤਾਂ ਲਫ਼ਜ਼ ਹੀ ਕਹਿਣੇ ਨੇ ਨਾ, ਤੇ ਬਾਦਸ਼ਾਹ ਦੇ ਕਹਿਣ ਦੀ ਦੇਰ ਹੈ, ਉਸੇ ਵੇਲੇ ਉਹ ਗੱਲ ਲਾਗੂ ਹੋ ਜਾਣੀ ਹੈ। ਇਸ ਮੁਖ ਮਹਿ ਲਖ ਅਜਬਤ ਪੀਂਦਾ। ਇਸ ਕਰਕੇ ਮਹਾਰਾਜ ਕਹਿੰਦੇ ਸੈਯਦ ਜਿਹੜੀਆਂ ਕਈ ਤਰ੍ਹਾਂ ਦੀਆਂ ਕਰਾਮਾਤਾਂ ਨੇ ਨਾ, ਤੂੰ ਕਰਾਮਾਤ ਹੀ ਵੇਖਣੀ ਹੈ। ਬਹਾਦਰ ਸ਼ਾਹ ਦੀ ਜਿਹੜੀ ਜ਼ੁਬਾਨ ਹੈ ਉਹਦੇ ਵਿੱਚ ਕਰਾਮਾਤ ਹੈ, ਤੂੰ ਵੇਖ ਲਾ। ਸੈਯਦ ਤਰਕਤ ਸਭ ਮਾਹੀ। ਮਹਾਰਾਜ ਨੇ ਜਦੋਂ ਏਦਾਂ ਸੁਣਾਇਆ ਤੇ ਇਹ ਜਿਹੜਾ ਸੈਯਦ ਸੀ ਇਹ ਤਰਕ ਕਰਦੇ ਹੋਇਆਂ ਫੇਰ ਬੋਲਿਆ ਸਾਰੀ ਸਭਾ ਵਿੱਚ, ਤੁਮ ਵੀ ਰਾਖਤ ਹੋ ਕਹਿ ਨਾਹੀ। ਕਹਿਣ ਲੱਗਾ ਮਹਾਰਾਜ ਮੈਂ ਤੇ ਤੁਹਾਨੂੰ ਪੁੱਛਿਆ ਹੈ ਵੀ ਤੁਸੀਂ ਵੀ ਕੋਈ ਕਰਾਮਾਤ ਰੱਖਦੇ ਹੋ, ਵੀ ਤੁਹਾਡੇ 'ਚ ਵੀ ਕੋਈ ਸ਼ਕਤੀ ਹੈ ਜਾਂ ਨਹੀਂ ਹੈ। ਉਹ ਤੋਂ ਬਾਦਸ਼ਾਹ ਬਣ ਰਹੇ ਹੋ। ਹਾਂ ਠੀਕ ਹੈ ਵੀ ਉਹ ਤਾਂ ਬਹਾਦਰ ਸ਼ਾਹ ਮਹਾਰਾਜ ਜੀ ਹਿੰਦੁਸਤਾਨ ਦਾ ਬਾਦਸ਼ਾਹ ਬਣ ਰਿਹਾ ਹੈ। ਇਹ ਉਹਦਾ ਜੋ ਬੋਲੇਗਾ ਜ਼ੁਬਾਨ ਤੋਂ ਉਹ ਬਾਦਸ਼ਾਹ ਹੋਣ ਕਰਕੇ ਉਹਦੀ ਗੱਲ ਪੂਰੀ ਹੋਵੇਗੀ। ਪਰ ਤੁਸੀਂ ਦੱਸੋ ਵੀ ਤੁਸੀਂ ਵੀ ਕੋਈ ਕਰਾਮਾਤ, ਕੋਈ ਸ਼ਕਤੀ ਰੱਖਦੇ ਹੋ ਜਾਂ ਨਹੀਂ ਰੱਖਦੇ। ਹੁਕਮ ਤਿਸੀ ਕੋ ਕਹਿਓ। ਕਿਉਂਕਿ ਜਿਹੜਾ ਬਾਦਸ਼ਾਹ ਹੈ ਉਹ ਤਾਂ ਜੋ ਹੁਕਮ ਕਰੇਗਾ ਉਹਦਾ ਹੁਕਮ ਤੇ ਵਰਤਣਾ ਹੀ ਹੈ। ਸਾਰੇ ਲੋਕ ਉਹਦੇ ਅੱਗੇ ਸਲਾਮ ਹੀ ਕਰਨਗੇ, ਉਹਨੂੰ ਸਲੂਟ ਹੀ ਕਰਨਗੇ। ਬੂਝਤ ਹੈ ਰਾਵਰ ਪਾਸ। ਮੈਂ ਤਾਂ ਮਹਾਰਾਜ ਬਹਾਦਰ ਸ਼ਾਹ ਦੀ ਥੋੜਾ ਗੱਲ ਪੁੱਛੀ ਆ ਵੀ ਬਹਾਦਰ ਸ਼ਾਹ ਕੋ ਕਰਾਮਾਤ ਹੈ, ਮੈਂ ਤਾਂ ਤੁਹਾਡੇ ਕੋਲੋਂ ਪੁੱਛਿਆ ਹੈ ਵੀ ਤੁਹਾਡੇ ਕੋਲ ਕੋਈ ਸ਼ਕਤੀ ਜਾਂ ਕਰਾਮਾਤ ਹੈ ਤਾਂ ਵਿਖਾਓ। ਇਹ ਰਾਖਤ ਕੁਝ ਕਰੋ ਪ੍ਰਕਾਸ਼। ਤੇ ਜੇ ਇਹ ਸੈਯਦ ਕਹਿਣ ਲੱਗਾ ਮਹਾਰਾਜ ਕੁਝ ਕਰਾਮਾਤ ਰੱਖਦੇ ਹੋ ਤਾਂ ਮੈਨੂੰ ਪ੍ਰਕਾਸ਼ ਕੀ ਹੁੰਦਾ ਵੀ ਪ੍ਰਗਟ ਕਰਕੇ ਵਿਖਾਓ, ਜਿਹਨੂੰ ਵੇਖ ਕੇ ਮੈਂ ਮੰਨਾਂ ਵੀ ਵਾਕਿਆ ਗੁਰੂ ਕਲਗੀਧਰ 'ਚ ਬੜੀ ਸ਼ਕਤੀ ਆ। ਸਭ ਮੈਂ ਤਰਕ ਸੁਨੇ ਜਗਨਾਥ। ਜਦੋਂ ਸਾਰੀ ਸਭਾ ਦੇ ਵਿੱਚ ਮਹਾਰਾਜ ਨੇ ਇਹਦੀ ਤਰਕ ਜੀ ਸੁਣੀ ਨਾ, ਦੁਬਾਰਾ ਇਹਨੇ ਕਿਹਾ ਵੀ ਤੁਹਾਡੇ ਕੋਲ ਜੇ ਕੋਈ ਕਰਾਮਾਤ ਹੈ ਤਾਂ ਉਹ ਵਿਖਾਵੋ। ਕਲਗੀਧਰ ਮਹਾਰਾਜ ਜੀ ਨੇ ਆਪਣੇ ਚੋਲੇ ਦੀ ਜੇਬ ਦੇ ਵਿੱਚ ਆਪਣਾ ਸੱਜਾ ਹੱਥ ਪਾਇਆ ਤੇ ਆਪਣੇ ਮਹਾਰਾਜ ਜੀ ਨੇ ਚੋਲੇ ਦੀ ਜੇਬ ਦੇ ਵਿੱਚੋਂ ਮੁੱਠ ਭਰ ਕੇ ਕਿੰਨੀਆਂ ਹੀ ਸੋਨੇ ਦੀਆਂ ਮੋਹਰਾਂ ਬਾਹਰ ਕੱਢ ਲਈਆਂ। ਬੋਲੇ ਸ਼੍ਰੀ ਪ੍ਰਭ ਸੁਣਦੇ ਹੋ ਸਭ। ਸਾਰਿਆਂ ਦੇ ਸੁਣਦਿਆਂ ਹੋਇਆਂ ਧਿਆਨ ਸਭ ਦਾ ਮਹਾਰਾਜ ਕਲਗੀਧਰ ਵੱਲ ਹੈ ਤੇ ਮਹਾਰਾਜ ਸਾਰਿਆਂ ਦੇ ਸੁਣਦਿਆਂ ਹੋਇਆਂ ਮੁਖੋਂ ਬੋਲੇ। ਇੱਕ ਦਿਨਾਰ ਜੋ ਹੱਥ ਮਾਰੇ। ਮਹਾਰਾਜ ਕਹਿੰਦੇ ਸੈਯਦ ਇਧਰ ਦੇ ਧਿਆਨ, ਆ ਸਾਡੇ ਹੱਥ ਦੇ ਵਿੱਚ ਵੇਖ ਜੋ ਸੋਨੇ ਦੀਆਂ ਮੋਹਰਾਂ ਹਨ। ਇਹ ਅਜਮਤ ਲਿਓ ਦੁਤੀ ਵਿਚਾਰੇ। ਮਹਾਰਾਜ ਕਹਿੰਦੇ ਵੀ ਇਹ ਵੀ ਦੂਸਰੀ ਤੂੰ ਕਰਾਮਾਤ ਹੀ ਜਾਣ ਲੈ ਵੀ ਇਹ ਜਿਹੜੀ ਮਾਇਆ ਏ, ਜਿਹੜੀ ਸੋਨੇ ਦੀਆਂ ਮੋਹਰਾਂ ਨੇ, ਇਹ ਵੀ ਇੱਕ ਕਰਾਮਾਤ ਹੀ, ਇੱਕ ਸ਼ਕਤੀ ਹੀ ਹੈ। ਹੋਏ ਚਾਹੇ ਸੋ ਕਰੇ। ਮਹਾਰਾਜ ਕਹਿੰਦੇ ਜਿਹਦੇ ਕੋਲੇ ਮਾਇਆ ਹੁੰਦੀ ਨਾ, ਜਿਹਦੇ ਕੋਲ ਮੋਹਰਾਂ ਹੁੰਦੀਆਂ ਨੇ, ਉਹ ਜੋ ਚਾਹੇ ਸੰਸਾਰ ਦੇ ਵਿੱਚ ਉਹੀ ਕਰ ਸਕਦਾ, ਉਹੀ ਕਰ ਲੈਂਦਾ ਏ। ਲੱਤ ਹਜ਼ਾਰੋਂ ਜਿਸ
ਇਸੇ ਤਮਰੇ ਆ ਵੇਖ ਜਿਸ ਮਾਇਆ ਦੇ ਵਾਸਤੇ ਭਰਤੀ ਹੋ ਕੇ ਫੌਜਾਂ ਦੇ ਵਿੱਚ ਕਈ ਪਹਿਲਾਂ ਲੜਦੇ ਮਰ ਗਏ, ਕਈ ਗਾਹ ਨੂੰ ਮਰ ਜਾਣਗੇ ਵੀ ਸਾਨੂੰ ਮਾਇਆ ਮਿਲੇ। ਇਸ ਕਰਕੇ ਇਹ ਮਾਇਆ ਜਿਹੜੀ ਹੈ ਇਹ ਮੋਹਰਾਂ ਵੀ ਇੱਕ ਕਰਾਮਾਤ ਹੀ ਨੇ ਜਿਹਨੂੰ ਪ੍ਰਾਪਤ ਕਰਨ ਦੇ ਲਈ ਲੋਕ ਲੜਦੇ ਮਰਦੇ ਹਨ। ਹੁਣ ਸਈਅਦ ਬੋਲਿਓ ਤਜ ਮੌਨ ਜਦੋਂ ਮਹਾਰਾਜ ਨੇ ਆਖਿਆ ਵੀ ਸਈਅਦ ਦਾ ਮੋਹਰਾ ਵੀ ਤਾਂ ਕਰਾਮਾਤ ਹੀ ਹੈ, ਮਹਾਰਾਜ ਸਾਹਿਬ ਦਾ ਬਚਨ ਸੁਣ ਕੇ ਇਹ ਤਰਕਵਾਦੀ ਸਈਅਦ ਸਰਹੰਦ ਦਾ ਫੇਰ ਬੋਲਿਆ, ਮੈਂ ਕਰਾਮਾਤ ਹੈ ਕੌਣ। ਇਹਦੀ ਸੂਈ ਕਿਤੇ ਹੋਰ ਟਿਕੀ ਹੈ। ਤੇ ਮਹਾਰਾਜ ਸਾਹਿਬ ਜੀ ਜਿਹੜੀਆਂ ਸ਼ਕਤੀਆਂ ਪਵਿੱਤਰ ਹੁੰਦੀਆਂ ਨੇ ਇਹੋ ਜਿਹੇ ਬੰਦੇ ਨੂੰ ਦਿਖਾਉਣੀ ਨਹੀਂ ਚਾਹੁੰਦੇ। ਮਹਾਰਾਜ ਸਾਹਿਬ ਜੀ ਦੇ ਉੱਤੇ ਫਿਰ ਤਰਕ ਕਰਦਿਆਂ ਕਹਿਣ ਲੱਗਾ, ਸਤਿਗੁਰੂ ਜੀ ਕੀ ਇੱਧਰ ਉੱਧਰ ਦੀਆਂ ਕਰਾਮਾਤਾਂ ਵਿਖਾਈ ਜਾਂਦੇ ਹੋ, ਤੁਹਾਡੇ ਵਿੱਚ ਕੋਈ ਕਰਾਮਾਤ ਹੈ ਜਾਂ ਨਹੀਂ ਹੈ। ਦੌਲਤ ਆਦਿ ਅਨੇਕ ਪ੍ਰਕਾਰੀ ਕਿਉਂਕਿ ਠੀਕ ਹੈ ਵੀ ਜਿਹੜੀ ਤੁਸੀਂ ਕਹਿੰਦੇ ਹੋ ਵੀ ਦੌਲਤ ਵੀ ਇਹ ਮਾਇਆ ਵੀ ਇੱਕ ਕਰਾਮਾਤ ਹੈ, ਵੀ ਇਹਦਾ ਅਨੇਕਾਂ ਪ੍ਰਕਾਰ ਦੀ ਹੁੰਦੀ ਹੈ, ਵੀ ਕਿਤੇ ਸੋਨਾ, ਕਿਤੇ ਚਾਂਦੀ, ਕਿਤੇ ਰੁਪਈਏ, ਕਿਤੇ ਪੈਸੇ, ਕਿਤੇ ਜ਼ਮੀਨ, ਕਿਤੇ ਜਾਇਦਾਦ, ਇਹ ਕਈ ਰੂਪ ਮਹਾਰਾਜ ਦੌਲਤ ਦੇ ਹਨ। ਵੀ ਠੀਕ ਹੈ ਵੀ ਜਿਹਦੇ ਕੋਲੇ ਮਾਇਆ ਥੋੜੀ ਖੁੱਲੀ ਹੋਵੇ ਤੇ ਹਜ਼ਾਰਾਂ ਲੋਕ ਉਹਦੀ ਗੱਲ ਮੰਨਦੇ ਆ ਵੀ ਉਹਦੇ ਅੱਗੇ ਪਿੱਛੇ ਭੱਜੇ ਫਿਰਦੇ ਹਨ। ਜਦੋਂ ਇਹਨੇ ਕਿਹਾ ਵੀ ਇਹ ਤਾਂ ਠੀਕ ਹੈ ਪਰ ਤੁਸੀਂ ਦੱਸੋ ਵੀ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ। ਜਦੋਂ ਇਹਨੇ ਵਾਰ-ਵਾਰ ਤਰਕ ਕੀਤਾ ਤਾਂ ਧੰਨ ਗੁਰੂ ਕਲਗੀਧਰ ਮਹਾਰਾਜ ਦੀਆਂ ਪੌਹਾਂ ਚੜੀਆਂ ਤੇ ਸਤਿਗੁਰਾਂ ਦਾ ਸੱਜਾ ਹੱਥ ਸੋਨੇ ਦੇ ਹੀਰਿਆਂ ਦੇ ਨਾਲ ਜੜੇ ਹੋਏ ਕਿਰਪਾਨ ਦੇ ਮੁੱਠੇ ਤੇ ਕਿਹਾ ਤੇ ਮਹਾਰਾਜ ਸਾਹਿਬ ਜੀ ਨੇ ਆਪਣਾ ਹੱਥ ਪਾ ਕੇ ਮੁੱਠੇ ਤੇ ਮੁਖੋਂ ਸਤਿ ਸ੍ਰੀ ਅਕਾਲ ਕਹਿੰਦਿਆਂ ਹੋਇਆ ਮਹਾਰਾਜ ਨੇ ਸਰਲ ਕਰਦੀ ਮਿਆਨ ਚੋਂ ਸ੍ਰੀ ਸਾਹਿਬ ਬਾਹਰ ਖਿੱਚੀ। ਤੇ ਸਭਾ ਦੇ ਵਿੱਚ ਬੈਠਿਆ ਹੋਇਆ ਜਦੋਂ ਮਹਾਰਾਜ ਨੇ ਮਿਆਨ ਦੇ ਵਿੱਚੋਂ ਆਪਣੀ ਸ਼ਮਸ਼ੇਰ 3.5 ਫੁੱਟ ਦੀ ਕੱਢੀ ਬਾਹਰ ਤੇ ਸਭਾ ਦੇ ਵਿੱਚ ਮਹਾਰਾਜ ਨੇ ਕਰਾਏ ਸਾਰਿਆਂ ਨੂੰ ਜਦੋਂ ਦਰਸ਼ਨ। ਬਦਨ ਪ੍ਰੀਤ ਹੋਏ ਗਏ ਕੀ ਕਰ ਰਹੇ ਤਤਸ਼ਿਨ ਬਦਨ ਪ੍ਰੀਤ ਹੋਏ ਗਏ। ਤੇ ਮਹਾਰਾਜ ਦੀ ਕੱਢੀ ਹੋਈ ਸ਼ਮਸ਼ੇਰ ਸਾਧ ਸੰਗਤ ਜੀ ਏਦਾਂ ਲਿਸ਼ਕੀ ਜਿਵੇਂ ਮਾਨੋ ਵੀ ਆਕਾਸ਼ ਦੇ ਵਿੱਚ ਬਿਜਲੀ ਲਿਸ਼ਕਦੀ ਹੈ ਤੇ ਬਿਜਲੀ ਲਿਸ਼ਕਣ ਦੇ ਨਾਲ ਕਾਲੇ ਬੱਦਲ ਚਾਰ ਸਵੇਰੇ ਛਾਏ ਹੋਣ ਤੇ ਬਿਜਲੀ ਲਿਸ਼ਕਣ ਦੇ ਨਾਲ ਪ੍ਰਕਾਸ਼ ਹੋ ਜਾਂਦਾ ਹੈ। ਜਦੋਂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਆਪਣੇ ਗਾਤਰੇ ਮਿਆਨ ਦੇ ਵਿੱਚੋਂ ਸ੍ਰੀ ਸਾਹਿਬ ਕੱਢੀ ਹੈ ਤੇ ਸਭਾ ਦੇ ਵਿੱਚ ਬਿਜਲੀ ਦੇ ਵਾਂਗ ਪ੍ਰਕਾਸ਼ੀ ਹੈ। ਤੇ ਜਦੋਂ ਸ੍ਰੀ ਸਾਹਿਬ ਮਹਾਰਾਜ ਨੇ ਬਾਹਰ ਕੱਢੀ ਕਹਿਣ ਲੱਗੇ ਆ ਵੀ ਇੱਕ ਕਰਾਮਾਤ ਹੈ। ਤੇ ਮਹਾਰਾਜ ਦੀ ਸ੍ਰੀ ਸਾਹਿਬ ਵੇਖ ਕੇ ਜਿੰਨੇ ਵੀ ਉੱਥੇ ਬੈਠੇ ਸੀ ਸੈਯਦ ਦੇ ਸਮੇਤ ਉਹਨਾਂ ਸਾਰਿਆਂ ਦੇ ਤਰੇਲੀਆਂ ਆਉਣ ਲੱਗ ਪਈਆਂ ਜਿਵੇਂ ਪੀਲੇ ਰੰਗ ਦਾ ਡੱਡੂ ਹੁੰਦਾ ਏ ਇਹਦਾ ਚਿਹਰੇ ਦੇ ਉੱਤੇ ਪੀਲਾਪਣ ਆ ਗਿਆ ਤੇ ਡਰਨ ਲੱਗ ਪਏ। ਲੋਚਨ ਸਮੋਖ ਨਾ ਕਰਦੇ ਭਏ ਕਿਸੇ ਨੇ ਮਹਾਰਾਜ ਵੱਲ ਅੱਖਾਂ ਹੀ ਨਹੀਂ ਕੀਤੀਆਂ, ਅੱਖਾਂ ਭਰ ਕੇ ਸਤਿਗੁਰੂ ਸਾਹਿਬ ਵੱਲ ਨਹੀਂ ਤੱਕਦੇ ਵੀ ਕਿਤੇ ਮਹਾਰਾਜ ਸਾਡੇ ਤੇ ਹੀ ਵਾਰ ਨਾ ਕਰਦੇ ਹੋਣ। ਤੇਜ ਦਿਪਤ ਸ੍ਰੀ ਮੁਖ ਤੇ ਕਹੈ ਮਹਾਰਾਜ ਦੇ ਮੁਖ ਤੋਂ ਵੀ ਸਾਧ ਸੰਗਤ ਜੀ ਤੇਜ ਪ੍ਰਤਾਪ ਵਾਲੇ ਬਚਨ ਨੇ। ਸਾਹਿਬਾਂ ਦੀ ਸ੍ਰੀ ਸਾਹਿਬ ਦਾ ਵੀ ਤੇਜ ਹੈ, ਸਤਿਗੁਰਾਂ ਦੇ ਚਿਹਰੇ ਦੇ ਉੱਤੇ ਵੀ ਜਾਹੋ ਜਲਾਲ ਹੈ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਆਪਣੇ ਮੁਖੋਂ ਬਚਨ ਕਹਿਣ ਲੱਗੇ ਇਹ ਵੀ ਕਰਾਮਾਤ ਇੱਕ ਹੈ। ਮਹਾਰਾਜ ਕਹਿੰਦੇ ਸੈਯਦ ਜੀ ਵੇਖਣੀ ਹੈ ਕਰਾਮਾਤ। ਤੂੰ ਵਾਰ-ਵਾਰ ਇੱਕੋ ਗੱਲ ਤੇ ਅੜਿਆ ਵੀ ਕਰਾਮਾਤ ਵਿਖਾਓ, ਕਰਾਮਾਤ ਵਿਖਾਓ, ਵੀ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ। ਸਾਹਿਬ ਕਹਿੰਦੇ ਵੀ ਆ ਸ੍ਰੀ ਸਾਹਿਬ ਵੀ ਇੱਕ ਕਰਾਮਾਤ ਹੀ ਆ। ਆਪਈ ਸਿਰ ਉਤਾਰ ਕਰ ਤੇਰਾ ਵਿਖਾਈਏ ਤੈਨੂੰ ਕਰਾਮਾਤ। ਜੇ ਹੁਣੇ ਦਾ ਅਸੀਂ ਵਾਰ ਕੀਤਾ ਤੇ ਹੁਣੇ ਹੀ ਜਿਹੜਾ ਤੇਰਾ ਸਿਰ ਆ ਤੇਰੀ ਧੌਣ ਦੇ ਨਾਲੋਂ ਵੱਢ ਕੇ ਸੁੱਟ ਸਕਦੇ ਐਡੀ ਇਹਦੇ ਵਿੱਚ ਸ਼ਕਤੀ ਆ। ਸਾਕਾ ਸਮਝੇ ਧਰ ਕੇਰਾ ਜਿਵੇਂ ਟਹਿਣੇ ਤੇ ਲੱਗੇ ਹੋਏ ਫਲ ਨੂੰ ਡੰਡਾ ਮਾਰ ਕੇ ਸੁੱਟ ਦਈਦਾ ਹੈ ਨਾ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਤੇਰਾ ਕੱਦੂ ਵਰਗਾ ਦਵਾਣੇ ਵਰਗਾ ਸਿਰ ਆ ਉਹ ਸੈਯਦ ਆ, ਇਹਦੇ ਤੇ ਸਾਡਾ ਜਦੋਂ ਇੱਕ ਵਾਰ ਹੋਇਆ ਤੇ ਤੇਰੇ ਧੜ ਦੇ ਨਾਲੋਂ ਟੁੱਟੇ ਹੋਏ ਫਲ ਦੀ ਨਿਆਈ ਧਰਤੀ ਤੇ ਡਿੱਗੇਗਾ। ਜਵਾਬ ਕੁਛ ਸਵਾਲ ਨਾ ਹੋਵੇ। ਜਦੋਂ ਮਹਾਰਾਜ ਕਲਗੀਧਰ ਸਾਹਿਬ ਜੀ ਨੇ ਇਹ ਬਚਨ ਕਹੇ ਦੇ ਨਾਲ ਕਹਿੰਦੇ ਵੀ ਬੜੀ ਜ਼ਬਾਨ ਤੇਰੀ ਚਵੜ ਚਵੜ ਚੱਲਦੀ ਹੈ, ਬਕਵਾਸ ਕਰਦਾ, ਬਕਵਾਸ ਕਰਦਾ ਵੀ ਆਹ ਕਰਾਮਾਤ ਵਿਖਾਓ ਉਹ ਵਿਖਾਓ। ਸਾਹਿਬ ਕਹਿੰਦੇ ਜੇ ਇੱਕ ਵਾਰ ਤੇਰੀ ਧੌਣ ਤੇ ਸਾਡੀ ਸ੍ਰੀ ਸਾਹਿਬ ਦਾ ਸਾਡੀ ਭਗਉਤੀ ਦਾ ਹੋ ਗਿਆ
ਤੇ ਫਿਰ ਕਹਿੰਦੇ ਨਾ ਤੈਨੂੰ ਕੋਈ ਜਵਾਬ ਆਉਣਾ ਹੈ ਤੇ ਨਾ ਹੀ ਤੂੰ ਸਵਾਲ ਪੁੱਛਣ ਜੋਗਾ ਰਹੇਗਾ। ਜੀਵਨ ਬਾਦ ਬਾਦ ਕਰ ਹੋਵੇ। ਐਵੇਂ ਝਗੜਾ ਕਰਕੇ ਬਕਵਾਸ ਕਰਕੇ ਆਪਣਾ ਜੀਵਨ ਵਿਅਰਥ ਹੀ ਗਵਾ ਲਵੇਗਾ। ਜੇ ਆਖੇ ਤਾਂ ਵਿਖਾਈਏ ਤੈਨੂੰ ਆਪਣੀ ਕਰਾਮਾਤ। ਸਤਿਗੁਰ ਕੋ ਤੇਜ ਬਿਲੰਦਾ। ਜਦੋਂ ਮਹਾਰਾਜ ਦਾ ਤੇਜ ਵੇਖਿਆ, ਸਤਿਗੁਰਾਂ ਦਾ ਪ੍ਰਭਾਵ ਵੇਖਿਆ, ਸਾਹਿਬਾਂ ਦਾ ਜਾਹੋ ਜਲਾਲ ਵੇਖਿਆ, ਹੋਤ ਭਇਓ ਸਈਅਦ ਸ਼ਰਮਿੰਦਾ। ਉਹ ਸੂਬੇ ਸਰਹੰਦ ਦਾ ਲੱਗਦਾ ਰਿਸ਼ਤੇਦਾਰ ਸੈਯਦ ਮਹਾਰਾਜ ਦੇ ਸਾਹਮਣੇ ਸ਼ਰਮਿੰਦਿਆ ਹੋ ਗਿਆ। ਕਹਿੰਦੇ ਵੀ ਬੇਸ਼ਰਮ ਨੂੰ ਫਿਰ ਕੋਈ ਜਵਾਬ ਨਾ ਆਇਆ, ਕੋਈ ਗੱਲ ਨਾ ਆਈ। ਕਹਿਓ ਕਹਿਓ ਪੁਨ ਬਾਤ ਨ ਕੋਈ। ਜਿਹੜਾ ਵਾਰ-ਵਾਰ ਮਹਾਰਾਜ ਤੇ ਤਰਕ ਕਰਦਿਆਂ ਕਹਿੰਦਾ ਸੀ ਕੋਈ ਕਰਾਮਾਤ ਵਿਖਾਓ, ਫਿਰ ਮਹਾਰਾਜ ਦੇ ਅੱਗੇ ਨੂੰ ਕੋਈ ਜਵਾਬ ਨਹੀਂ ਆਇਆ, ਕੋਈ ਬਚਨ ਕਿਹਾ ਨਹੀਂ ਗਿਆ। ਨੀਚ ਗਰੀਬ ਅਵਨੀ ਅਵੇ ਲੋਏ। ਆ ਗਰਦਨ ਨੀਵੀਂ ਕੀਤੀ ਆ ਤੇ ਧਰਤੀ ਦੇ ਵੱਲ ਬਿਟਰ ਬਿਟਰ ਝਾਕ ਰਿਹਾ ਏ। ਕਿਤਕ ਸਮੈ ਤੱਕ ਥਿਰ ਪੁਰ ਰਹੇ। ਇਹਦਾ ਕੁਝ ਸਮਾਂ ਤੀਕਰ ਮਹਾਰਾਜ ਖਾਨਾ ਦੀ ਸਭਾ ਦੇ ਵਿੱਚ ਬਰਾਜੇ ਰਹੇ। ਮਨ ਡੇਰੇ ਕੋ ਆਵਨ ਚਾਹੇ। ਫਿਰ ਮਹਾਰਾਜ ਨੇ ਡੇਰੇ ਆਪਣੇ ਪੜਾ ਤੇ ਵਾਪਸ ਆਉਣਾ ਚਾਹਿਆ। ਇਹ ਜਿਹੜੀ ਸਾਖੀ ਹੈ ਕਈ ਵਿਦਵਾਨਾਂ ਨੇ ਬਹਾਦਰ ਸ਼ਾਹ ਦੀ ਸਭਾ ਦੇ ਵਿੱਚ ਲਿਖੀ ਹੈ, ਕਵੀ ਜੀ ਨੇ ਇੱਥੇ ਖਾਨਾ ਦੀ ਸਭਾ ਵਿੱਚ ਲਿਖੀ ਹੈ, ਪਰ ਸਾਖੀ ਹੋਈ ਹੈ ਬਹਾਦਰ ਸ਼ਾਹ ਦੀ ਸਭਾ ਵਿੱਚ ਹੋਇਆ ਹੋਵੇ, ਇੱਥੇ ਹੋਇਆ ਹੋਵੇ। ਮਹਾਰਾਜ ਸਾਹਿਬ ਜੀ ਨੇ ਜਿਹੜੀਆਂ ਅਗੰਮੀ ਸ਼ਕਤੀਆਂ ਹੁੰਦੀਆਂ, ਇੱਕ ਤਾਂ ਉਹ ਕਰਾਮਾਤਾਂ ਨੇ, ਉਹ ਤਾਂ ਪਵਿੱਤਰ ਰੂਹਾਂ ਜਿਹੜੀਆਂ ਨੇ ਉਹਨਾਂ ਵਾਸਤੇ ਮਹਾਰਾਜ ਕਿਸੇ ਦਾ ਭਲਾ ਕਰਨ ਦੇ ਲਈ ਵਰਤਦੇ ਆ। ਇੱਕ ਜਿਹੜੀ ਲੋਕਾਂ ਨੂੰ ਕੋਈ ਸ਼ਕਤੀ ਵਿਖਾਉਣੀ, ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ, ਰੱਬ ਦੇ ਬੰਦਿਆਂ ਨੂੰ ਇਹੋ ਜੀ ਸ਼ਕਤੀ ਵਿਖਾਉਣੀ, ਇਹ ਸ਼ਰਮ ਆਉਂਦੀ ਆ। ਉਹ ਇਹ ਤਮਾਸ਼ਾ ਜਿਹੜਾ ਵਿਖਾਉਣਾ ਚੰਗਾ ਨਹੀਂ ਮੰਨਦੇ, ਜਿਸ ਕਰਕੇ ਮਹਾਰਾਜ ਇਹ ਕੋਈ ਨਾਟਕ ਚੇਟਕ ਕਰਕੇ ਨੂੰ ਵਿਖਾਉਣਾ ਨਹੀਂ ਸੀ ਚਾਹੁੰਦੇ। ਪਰ ਸੈਯਦ ਵਾਰ-ਵਾਰ ਕਹੀ ਜਾਵੇ, ਜਦੋਂ ਸ੍ਰੀ ਸਾਹਿਬ ਕੱਢੀ ਵੀ ਆ ਵੀ ਕਰਾਮਾਤ ਹੈ, ਤੇਰਾ ਸਿਰ ਵੱਢ ਕੇ ਵਿਖਾਉਨੇ ਆ ਵੀ ਇੱਕ ਸ਼ਕਤੀ ਹੈ, ਫਿਰ ਹੱਥ ਜੁੜ ਕੇ ਵੀ ਮਹਾਰਾਜ ਬਖਸ਼ੋ। ਇਹ ਸਤਿਗੁਰਾਂ ਨੇ ਕੌਤਕ ਕੀਤਾ। ਬਹਾਦਰ ਸ਼ਾਹ ਦੀ ਸਭਾ 'ਚ ਹਾਂ ਇੱਕ ਕਾਜੀ ਨੇ ਉਹ ਜੋ ਹੋਰ ਸਵਾਲ ਵੀ ਕੀਤਾ ਸੀ। ਕਹਿਣ ਲੱਗਾ ਮਹਾਰਾਜ ਵੀ ਇੱਕ ਸਵਾਲ ਹੈ, ਇਹ ਦੱਸੋ ਵੀ ਮਜ਼ਹਬ ਤੁਹਾਡਾ ਖੂਬ ਕਿ ਮਜ਼ਹਬ ਹਮਾਰਾ ਖੂਬ। ਇਹਦੇ ਮਨ 'ਚ ਇਹ ਸੀ ਵੀ ਜੇ ਮਹਾਰਾਜ ਆਖਣਗੇ ਵੀ ਹਮਾਰਾ ਖੂਬ, ਵੀ ਸਾਡਾ ਧਰਮ ਚੰਗਾ ਹੈ, ਤੇ ਮੈਂ ਬਾਦਸ਼ਾਹ ਦੇ ਸਾਹਮਣੇ ਆਖੂੰਗਾ ਵੀ ਗੁਰੂ ਗੋਬਿੰਦ ਸਿੰਘ ਨੇ ਇਸਲਾਮ ਨੂੰ ਨੀਵਾਂ ਕਹਿ ਇਹਦੀ ਤੋਹੀਨ ਕਰਤੀ ਹੈ। ਤੇ ਜੇ ਮਹਾਰਾਜ ਕਹਿਣਗੇ ਮਜ਼ਹਬ ਤੁਹਾਡਾ ਖੂਬ, ਤੇ ਫਿਰ ਇਹ ਆਪਣੇ ਧਰਮ ਦੀ ਕਹਿੰਦੇ ਵੀ ਬਾਦਸ਼ਾਹ ਦੇ ਪ੍ਰਭਾਵ ਕਰਕੇ ਹਾਨੀ ਕਰ ਲੈਣਗੇ, ਆਪਣੇ ਨੂੰ ਮਾੜਾ ਕਹਿ ਲੈਣਗੇ। ਜਦੋਂ ਸਤਿਗੁਰਾਂ ਨੂੰ ਕਹਿੰਦਾ ਵੀ ਮਹਾਰਾਜ ਧਰਮ ਤੁਹਾਡਾ ਖੂਬ ਕਿ ਧਰਮ ਹਮਾਰਾ ਖੂਬ, ਤੇ ਕਲਗੀਧਰ ਮਹਾਰਾਜ ਜਿਹੜੇ ਕਹਿੰਦੇ ਮਾਨਸ ਕੀ ਜਾਤ ਸਭਾ ਏਕੇ ਪਹਿਚਾਨ ਬੋ, ਕਹਿਣ ਲੱਗੇ ਕਾਜੀ ਜੀ ਤੁਮਕੋ ਤੁਹਾਡਾ ਖੂਬ ਹਮਕੋ ਹਮਾਰਾ ਖੂਬ। ਧਰਮ ਸਾਰਿਆਂ ਨੂੰ ਆਪੋ ਆਪਣੇ ਚੰਗੇ ਲੱਗਦੇ ਆ, ਆਪਣਾ ਧਰਮ ਕਿਹਨੂੰ ਮਾੜਾ ਲੱਗਦਾ। ਸਾਹਿਬ ਕਹਿੰਦੇ ਤੈਨੂੰ ਤੇਰਾ ਮੁਬਾਰਕ, ਸਾਡਾ ਸਾਨੂੰ ਮੁਬਾਰਕ। ਕਿਸੇ ਦੇ ਖੰਡਨ ਕਿਉਂ ਕਰਨਾ ਹੈ? ਆਪਣੇ ਧਰਮ ਦੀ ਵਡਿਆਈ ਜਿਹੜੀ ਹੈ ਉਹਨੂੰ ਵਧਾਉਣਾ ਚਾਹੀਦਾ ਹੈ, ਨਾ ਕਿ ਕਿਸੇ ਦੇ ਭੰਡਣ ਤੇ ਸਮਾਂ ਆਪਣਾ ਬਰਬਾਦ ਕਰਨਾ ਚਾਹੀਦਾ। ਇਹ ਮਹਾਰਾਜ ਦਾ ਸਵਾਲ ਦਾ ਉੱਤਰ ਸੁਣ ਕੇ ਕਾਜੀ ਬੜਾ ਸ਼ਰਮਿੰਦਾ ਹੋਇਆ ਵੀ ਮਹਾਰਾਜ ਨੇ ਤਾਂ ਗੱਲ ਹੀ ਉਹ ਕੀਤੀ ਵੀ ਜਿਹੜੀ ਮੈਂ ਸੋਚੀ ਵੀ ਨਹੀਂ ਸੀ, ਵੀ ਤੁਮਕੋ ਤੁਹਾਡਾ ਖੂਬ ਹਮਕੋ ਹਮਾਰਾ ਖੂਬ। ਇਹਨੂੰ ਹੀ ਕਹਿੰਦੇ ਨੇ ਮਾਨਸ ਕੀ ਜਾਤ ਸਭਾ ਏਕੇ ਪਹਿਚਾਨ ਬੋ। ਕਲਗੀਧਰ ਮਹਾਰਾਜ ਸਾਹਿਬ ਜੀ ਇਦਾਂ ਦੇ ਕੌਤਕ ਕਰ ਰਹੇ ਨੇ। ਜਦੋਂ ਸੈਯਦ ਸ਼ਰਮਿੰਦਾ ਜਿਹਾ ਹੋ ਗਿਆ, ਫੇਰ ਨਹੀਂ ਕੁਝ ਬੋਲਿਆ। ਕੁਝ ਸਮਾਂ ਬਾਅਦ ਉੱਥੋਂ ਮਹਾਰਾਜ ਜੀ ਉੱਠੇ ਤੇ ਉੱਠ ਕੇ ਆਪਣੇ ਪੜਾ ਤੇ ਆਪਣੇ ਆਸਣ ਤੇ ਆ ਗਏ। ਘੋੜੇ ਦੇ ਮਹਾਰਾਜ ਸਵਾਰ ਹੋ ਕੇ ਤੇ ਬੜੇ ਆਨੰਦ ਦੇ ਨਾਲ ਆ ਰਹੇ ਨੇ। ਜਗਤ ਨਮਸਕਾਰ ਕਰਨ ਯੋਗ ਸਤਿਗੁਰੂ ਆਪਣੇ ਡੇਰੇ ਤੇ ਪਹੁੰਚ ਗਏ। ਘੋੜੇ ਤੋਂ ਮਹਾਰਾਜ ਉਤਰ ਕੇ ਆਪਣੇ ਪਲੰਗੇ ਤੇ ਬਿਰਾਜਮਾਨ ਹੋ ਗਏ। ਬੜਾ ਸੋਹਣਾ ਮਹਾਰਾਜ ਦਾ ਪਲੰਗਾ ਮਖਮਲੀ ਸੇਜਾ ਨੇ, ਉੱਤੇ ਸਤਿਗੁਰੂ ਸਾਹਿਬ ਜੀ ਨੇ ਕੁਝ ਬਰਾਜਾ ਕੀਤਾ। ਆਗਰੇ ਵਿੱਚ ਹੀ ਕਹਿੰਦੇ ਬੈਠੇ ਸਨ ਮਹਾਰਾਜ ਜੀ ਸਹਿਜ ਸੁਭਾਅ। ਜਿੱਥੇ ਸਤਿਗੁਰੂ ਜੀ ਬੈਠੇ ਨੇ ਆਲੇ ਦੁਆਲੇ ਮਹਾਰਾਜ ਦੇ ਗੁਰਸਿੱਖ ਤੇ ਹੋਰ ਮਾਈ ਭਾਈ ਆਗਰੇ ਦੀਆਂ ਸੰਗਤਾਂ ਆ ਕੇ ਬੈਠੀਆਂ ਨੇ। ਕੁਝ ਪਠਾਨ ਮਹਾਰਾਜ ਕੋ ਚੱਲ ਕੇ ਆਏ। ਉਹਨਾਂ ਨੇ ਮਹਾਰਾਜ ਵੱਲ ਦਾਵਾ ਕੱਢਿਆ ਹੋਇਆ ਸੀ ਵੀ ਅਸੀਂ ਗੁਰੂ ਕਲਗੀਧਰ ਕੋ ਮਾਇਆ ਲੈਣੀ ਹੈ। ਲੈਣੀ ਕਾਹਦੀ ਹੈ? ਕਹਿੰਦੇ ਵੀ ਮਹਾਰਾਜ ਨੇ ਜੰਗ ਕਰਕੇ ਤੇ ਸਾਡੇ ਪਠਾਨ ਭਰਾ ਬਜ਼ੁਰਗ ਮਾਰੇ ਆ,
ਸਾਹਿਬਾਂ ਨੂੰ ਕਹਿੰਦੇ ਵੀ ਸਾਨੂੰ ਮਹਾਰਾਜ ਮੁਆਵਜ਼ਾ ਦਿਓ, ਤੁਸੀਂ ਜੰਗ ਕਰਕੇ ਤੇ ਸਾਡੇ ਪਠਾਨ ਮਾਰੇ ਆ। ਕਲਗੀਧਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਜਿਹੜਾ ਜੰਗ ਹੁੰਦਾ ਹੈ ਜਿੰਨੇ ਤੁਹਾਡੇ ਕੋ ਮਾਰੇ ਗਏ ਤੁਸੀਂ ਸਾਡੇ ਮਾਰੇ, ਜਿੰਨੇ ਸਾਡਿਆਂ ਕੋ ਮਾਰੇ ਗਏ ਅਸੀਂ ਤੁਹਾਡੇ ਮਾਰੇ। ਨਾਲੇ ਅਸੀਂ ਚੜ੍ਹ ਕੇ ਥੋੜਾ ਤੁਹਾਡੇ ਤੇ ਗਏ ਸੀ, ਤੁਸੀਂ ਚੜ੍ਹ ਕੇ ਆਏ ਸੀ ਵੀ ਤੁਹਾਨੂੰ ਮੁਆਵਜ਼ਾ ਕਾਹਦਾ, ਨਾਲੇ ਸਾਡੇ ਤੇ ਚੜ੍ਹਾਈ ਕਰਕੇ ਆਏ। ਤੇ ਜਦੋਂ ਜੰਗ ਵਿੱਚ ਆਏ ਐ ਤੇ ਗਾੜੀਆਂ ਮਾਰਨਾ ਮਰਨਾ ਹੀ ਹੁੰਦਾ ਹੈ, ਵੀ ਉੱਥੇ ਕਿਹੜੀ ਤੁਹਾਡੀ ਆਰਤੀ ਉਤਾਰਨੀ ਸੀ ਵੀ ਜੇ ਤੁਸੀਂ ਆਓਗੇ ਤੇ ਮਾਰਾਂਗੇ। ਇਸ ਕਰਕੇ ਤੁਹਾਡਾ ਕੋਈ ਮੁਆਵਜ਼ਾ ਨਹੀਂ ਬਣਦਾ। ਤੁਸੀਂ ਦਾਅਵੇਦਾਰੀਆਂ ਜਿਹੜੀਆਂ ਕਰਦੇ ਹੋ ਵੀ ਸਾਡਾ ਧਨ ਤੁਹਾਡੇ ਵੱਲ ਹੈ, ਵੀ ਸਾਡੇ ਪਠਾਨ ਮਰੇ ਨੇ। ਮਹਾਰਾਜ ਸਾਹਿਬ ਨੇ ਇਹਨਾਂ ਨੂੰ ਸਮਝਾਇਆ ਵੀ ਅਸੀਂ ਤੁਹਾਡਾ ਕੋਈ ਧਨ ਇਦਾਂ ਨਹੀਂ ਦੇਣਾ। ਆਏ ਕਹਿੰਦੇ ਸੀ ਵੀ ਅਸੀਂ ਮਹਾਰਾਜ ਕੋ ਲੈਣਾ ਹੈ, ਵੀ ਅਸੀਂ ਪੈਸੇ ਲੈਣੇ। ਜਦੋਂ ਵੇਖਿਆ ਵੀ ਮਹਾਰਾਜ ਸਾਹਿਬ ਨਹੀਂ ਦਿੰਦੇ ਤੇ ਇਹ ਉਸ ਵੇਲੇ ਫਿਰ ਸਰਕਾਰ ਤੀਕਰ ਪਹੁੰਚ ਕਰਨ ਲੱਗ ਪਏ। ਹਾਲਾਂਕਿ ਜੇ ਮਹਾਰਾਜ ਨੂੰ ਕਹਿੰਦੇ ਵੀ ਪਾਤਸ਼ਾਹ ਸਾਡਾ ਕੋਈ ਨਹੀਂ ਹੈ, ਵੀ ਸਾਡੀ ਬਾਂਹ ਫੜੋ, ਵੀ ਸਾਡੇ ਮਾਰੇ ਗਏ ਤੁਹਾਡੇ ਨਾਲ ਲੜਦੇ ਆ, ਵੀ ਸਾਡਾ ਰੁਜ਼ਗਾਰ ਚੱਲੇ ਤੇ ਗੁਰੂ ਦੇ ਘਰ ਵਿੱਚ ਘਾਟਾ ਨਹੀਂ। ਤੇ ਪਰ ਜੇ ਕੋਈ ਆ ਕੇ ਦਾਵਾ ਕਰੇ ਵੀ ਅਸੀਂ ਤੁਹਾਡੇ ਕੋਲ ਮੁਆਵਜ਼ਾ ਲੈਣਾ ਹੈ, ਫਿਰ ਗੁਰੂ ਸਾਹਿਬ ਕੋ ਮੁਆਵਜ਼ਾ ਨਹੀਂ ਮਿਲਣਾ। ਜਿਵੇਂ ਸਾਧ ਸੰਗਤ ਕਿਹਾ ਸੀ ਨਾ ਭੀਮ ਚੰਦ ਨੇ ਮਹਾਰਾਜ ਨੂੰ ਵੀ ਮਹਾਰਾਜ ਮੈਂ ਤੁਹਾਡੇ ਕੋਲੋਂ ਟੈਕਸ ਲੈਣਾ ਹੈ। ਤੇ ਸਾਹਿਬ ਜੀ ਕਹਿੰਦੇ ਵੀ ਆ ਜੀ ਤੈਨੂੰ ਚੰਗੀ ਤਰ੍ਹਾਂ ਹੀ ਟੈਕਸ ਦੇਵਾਂਗੇ ਤੇ ਟੈਕਸ ਦੇਣ ਲੱਗਿਆ ਤੇਰਾ ਸਵਾਗਤ ਕਰਾਂਗੇ। ਕਹਿੰਦੇ ਜਿਹੜੀਆਂ ਕਿਰਪਾਨਾਂ, ਨੇਜੇ, ਬਰਸ਼ੇ, ਗੋਲੀਆਂ ਇਹ ਚੱਲਣਗੇ। ਕਹਿੰਦੇ ਵੀ ਇਹ ਸਵਾਗਤ ਕਰਾਂਗੇ ਤੇਰਾ ਤੇ ਚੰਗੀ ਤਰ੍ਹਾਂ ਤੈਨੂੰ ਮਾਮਲਾ ਤਾਰਾਂਗੇ। ਪਾਤਸ਼ਾਹ ਜੀ ਜੇ ਕੋਈ ਨਿਮਰਤਾ ਨਾ ਆਵੇ ਤੇ ਸਭ ਕੁਝ ਲਟਾ ਦਿੰਦੇ ਆ, ਜੇ ਕੋਈ ਚੜ੍ਹ ਕੇ ਆਵੇ ਤੇ ਅਗਲੇ ਦਾ ਵੀ ਖੋਹ ਲੈਂਦੇ ਆ। ਐਸਾ ਗੁਰੂ ਨਾਨਕ ਦਾ ਘਰ ਹੈ। ਕਹਿੰਦੇ ਮਹਾਰਾਜ ਮੁਆਵਜ਼ਾ ਦਿਓ। ਸਤਿਗੁਰੂ ਕਹਿੰਦੇ ਵੀ ਜੰਗ ਵਿੱਚ ਤਾਂ ਮੌਤਾਂ ਹੁੰਦੀਆਂ ਨੇ, ਅਸੀਂ ਕਾਹਦਾ ਮੁਆਵਜ਼ਾ ਦਈਏ, ਜਿਨ੍ਹਾਂ ਵੱਲੋਂ ਚੜ੍ਹ ਕੇ ਆਏ ਸੀ ਉਹਨਾਂ ਕੋਲੋਂ ਮੰਗੋ। ਇਹ ਬੜੇ ਆਕੜੇ ਫਾਕੜੇ ਕਾਜੀ ਕੋ ਚਲੇ ਗਏ, ਕਿਉਂਕਿ ਉਹਨਾਂ ਸਮਿਆਂ ਦਾ ਜੱਜ ਹੁੰਦਾ ਸੀ ਕਾਜੀ। ਤੇ ਆਗਰੇ ਦਾ ਕੋਈ ਕਾਜੀ ਸੀ ਤੇ ਉਹਦੇ ਕੋਲ ਚਲੇ ਗਏ। ਜਾ ਕੇ ਕਹਿਣ ਲੱਗੇ ਗੁਰੂ ਕਲਗੀਧਰ ਸਾਡੇ ਨਾਲ ਜ਼ਬਰਦਸਤੀ ਕਰਦੇ, ਨਾਲੇ ਸਾਡੇ ਵੱਡੇ ਬਜ਼ੁਰਗ ਜੰਗ ਦੇ ਵਿੱਚ ਮਾਰੇ ਆ ਤੇ ਹੁਣ ਮਹਾਰਾਜ ਕੋ ਧਨ ਮੰਗਦੇ ਆ। ਤੇ ਉਹ ਕਹਿੰਦੇ ਅਸੀਂ ਨਹੀਂ ਤੁਹਾਡਾ ਕੋਈ ਦੇਣਾ। ਕਾਜੀ ਨੇ ਪੁੱਛਿਆ ਵੀ ਕਿੰਨੇ ਕੁ ਪੈਸੇ ਬਣਦੇ ਆ? ਕਹਿੰਦਾ ਇੰਨੇ ਬੰਦੇ ਮਰੇ ਆ ਤੇ ਇੰਨਾ ਕੁ ਧਨ ਸਾਡਾ ਬਣਦਾ ਏ। ਕੌਣ ਦੋਸ਼ ਦੇ ਸੋ ਨਾ ਲਹਿ। ਪਰ ਪਤਾ ਨਹੀਂ ਹੈ ਵੀ ਕਿਸ ਕਰਕੇ ਮਹਾਰਾਜ ਸਾਹਿਬ ਜੀ ਸਾਨੂੰ ਧਨ ਨਹੀਂ ਦੇ ਰਹੇ। ਕਾਜੀ ਨੂੰ ਵੀ ਆਪਣਾ ਘਰ ਸੀ, ਕਹਿੰਦਾ ਮੈਂ ਜੱਜ ਆ ਵੀ ਜੋ ਮੈਂ ਲਿਖਦਾ ਵੀ ਸਭ ਨੂੰ ਮੰਨਣਾ ਪਏਗਾ। ਇਹਨੇ ਇੱਕ ਕਾਗਜ਼ ਦੇ ਉੱਤੇ ਇਲਾਮ ਲਿਖਤਾ, ਇਸ਼ਤਿਹਾਰ ਲਿਖ ਦਿੱਤਾ, ਬਾਬ ਉੱਤੇ ਮਹਾਰਾਜ ਦੇ ਉੱਤੇ ਫਤਵਾ ਜਾਰੀ ਕਰ ਦਿੱਤਾ ਕਾਜੀ ਨੇ। ਤੇ ਇਹ ਜਿਹੜੇ ਸਾਰੇ ਪਠਾਨ ਸੀ ਇਹਦੇ ਕੱਛਾਂ ਵਜਾਉਂਦੇ ਆ ਗਏ ਵੀ ਹੁਣ ਕਾਜੀ ਨੇ ਲਿਖਦਾ ਵੀ ਕਿਵੇਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਆਵਜ਼ਾ ਦਿੰਦੇ। ਹੁਣ ਅੱਜ ਜਦੋਂ ਆਏ ਆਗਰੇ ਤੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੂੰ ਜਦੋਂ ਵੇਖਿਆ, ਜਿੱਥੇ ਸਭਾ ਲੱਗੀ ਆ ਤੇ ਸਭਾ ਦੇ ਵਿੱਚ ਆ ਕੇ ਕਹਿਣ ਲੱਗੇ, ਇਹਨਾਂ ਨੇ ਆ ਕੇ ਕਿਹਾ ਮਹਾਰਾਜ ਜੀ ਆ ਤੁਹਾਡੇ ਤੇ ਫਤਵਾ ਜਾਰੀ ਹੋ ਗਿਆ ਏ, ਸਾਨੂੰ ਮੁਆਵਜ਼ਾ ਹੁਣ ਦੇਣਾ ਹੀ ਪਵੇਗਾ। ਤੇ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਉਹ ਕਾਗਜ਼ ਫੜ ਲਿਆ, ਕਹਿੰਦੇ ਲਿਆਓ ਵੀ ਜਿਹੜਾ ਫਤਵਾ ਲਾਇਆ ਕਾਜੀ ਨੇ। ਤੇ ਫਤਵਾ ਲੈ ਕੇ ਕਾਗਜ਼ ਫੜ ਕੇ ਫਤਵੇ ਵਾਲਾ ਤੇ ਕਲਗੀਧਰ ਮਹਾਰਾਜ ਸਾਹਿਬ ਜਿਹੜੇ ਆਪ ਤਰਲੋਕੀ ਦੇ ਮਾਲਕ ਨੇ, ਉਹ ਕੀ ਕਿਸੇ ਕਾਜੀ ਨੂੰ ਕਿਸੇ ਜੱਜ ਨੂੰ ਮੰਨਦੇ ਆ। ਤੇ ਮਹਾਰਾਜ ਕਹਿੰਦੇ ਉਹ ਪਠਾਣੋ ਸੁਣੋ ਤੇ ਹੁਣ ਜਾ ਕੇ ਤੁਸੀਂ ਕਾਜੀ ਕੋਤੀ ਜੈ ਸਮਝਾਏ, ਜਿਹੜਾ ਕਾਜੀ ਤੁਹਾਨੂੰ ਫਤਵਾ ਜਾਰੀ ਕਰਕੇ ਸਾਡੇ ਵੱਲ ਭੇਜ ਰਿਹਾ ਹੈ ਨਾ ਵੀ ਇੰਨਾ ਮੁਆਵਜ਼ਾ ਬਣਨਾ ਦੇਣਾ ਹੀ ਪਵੇਗਾ, ਸਾਡੇ ਵੱਲੋਂ ਉਹਨੂੰ ਜਾ ਕੇ ਚੰਗੀ ਤਰ੍ਹਾਂ ਸਮਝਾ ਦਿਓ। ਲਸ਼ਕਰ ਮੈਂ ਮੱਖੀਆ ਬਹੁਤ ਤੇਰੀ, ਉਹਨੂੰ ਜਾ ਕੇ ਕਹਿ ਕਾਜੀ ਸਾਹਿਬ ਜਿਹੜੀਆਂ ਤੁਹਾਡੀਆਂ ਫੌਜਾਂ ਨੇ ਨਾ ਇਹਨਾਂ ਦੇ ਵਿੱਚ ਮੱਖੀਆਂ ਬਹੁਤ ਪੈਦਾ ਹੋ ਗਈਆਂ ਨੇ। ਆਸਾ ਮਕਰੂ ਕਰੇ ਕੰਢੇਰੀ, ਤੇ ਉਹ ਜਿਹੜੀਆਂ ਮੱਖੀਆਂ ਨੇ ਉਹ ਤੇਰੀ ਫੌਜ ਦਾ ਜਿਹੜਾ ਖਾਣਾ ਹੈ ਉਹਨੂੰ ਮਕਰੂ ਕਰ ਰਹੀਆਂ ਨੇ, ਭਾਵ ਕੇ ਗੰਦਾ ਕਰ ਰਹੀਆਂ। ਉਹ ਭੋਜਨ ਤੇ ਬਹਿ ਕੇ ਮੱਖੀਆਂ ਉਹਨੂੰ ਅਪਵਿੱਤਰ ਕਰ ਰਹੀਆਂ ਹਨ। ਤੈਨੂੰ ਪਰ ਪ੍ਰਥਮ ਇਲਾਮ ਪਠਾਵੋ, ਉਹ ਤੂੰ ਸਾਡੇ ਉਤੇ ਫਤਵੇ ਲਿਖ ਕੇ ਭੇਜਦਾ ਏ। ਕਾਜੀ ਨੂੰ ਕਹੋ ਜਾਓ ਸਾਡੇ ਵੱਲੋਂ ਵੀ ਜੇ ਫਤਵਾ ਭੇਜਣਾ ਹੀ ਤੇ ਪਹਿਲਾਂ ਕਹਿੰਦੇ ਵੀ ਉਹਨਾਂ ਮੱਖੀਆਂ ਦੇ ਭੇਜ ਜਿਹੜੀਆਂ ਤੁਹਾਡੇ ਦਲ ਦੇ ਵਿੱਚ ਆ ਕੇ ਤੁਹਾਡਾ ਭੋਜਨ ਗੰਦਾ ਕਰ ਰਹੀਆਂ ਨੇ। ਇਹ ਮਹਾਰਾਜ ਦਾ ਇੱਕ ਵਿਅੰਗ ਸੀ ਤੇ ਇਹ ਤੋਂ ਭਾਵ ਇਹ ਸੀ
ਵੀ ਤੂੰ ਸਾਨੂੰ ਫਤਵੇ ਜਾਰੀ ਕਰਦਾ ਫਿਰਦਾ ਏ, ਜਦੋਂ ਕਿ ਅਸੀਂ ਜੰਗ ਦੇ ਵਿੱਚ ਇਹਨਾਂ ਨੇ ਚੜ ਕੇ ਆਏ ਤੇ ਫਿਰ ਅਸੀਂ ਮਾਰੇ ਨੇ, ਵੀ ਅਸੀਂ ਮੁਆਵਜ਼ਾ ਕਾਹਦਾ ਦਈਏ। ਤੇ ਜਿਹੜੀਆਂ ਤੇਰੀਆਂ ਮੱਖੀਆਂ ਹੋ ਗਈਆਂ, ਤੇਰੇ ਅਫਸਰ ਜਿਹੜੇ ਲੋਕਾਂ ਦਾ ਖੂਨ ਪੀਣ ਵਾਲੇ ਹੋ ਗਏ, ਤੇਰਾ ਮੁਸਲਮਾਨੀ ਧਰਮ ਰੂਪੀ ਭੋਜਨ ਭ੍ਰਿਸ਼ਟ ਕਰ ਰਹੇ ਹੈ। ਜਿਵੇਂ ਮੱਖੀਆਂ ਭੋਜਨ ਤੇ ਬਹਿਣ ਤੇ ਗੰਦਾ ਹੀ ਹੁੰਦਾ ਹੈ ਨਾ, ਐਵੇਂ ਤੇਰਾ ਧਰਮ ਰੂਪੀ ਇਸਲਾਮ ਰੂਪੀ ਜਿਹੜਾ ਭੋਜਨ ਹੈ, ਉਹਨੂੰ ਕਾਜੀ ਨੂੰ ਕਹੋ, ਕਾਜੀ ਸਾਹਿਬ ਉਹ ਤੇਰੇ ਧਰਮ ਦੇ ਵਿੱਚ ਗੰਦੀਆਂ ਮੱਖੀਆਂ ਬਹਿ ਕੇ, ਭਾਵ ਕਿ ਰਿਸ਼ਵਤੀ ਲੋਕ ਜਿਵੇਂ ਤੂੰ ਵੱਡੀਆਂ ਰਿਸ਼ਵਤਾਂ ਲੈਣਾ ਏ ਤੇ ਭੋਜਨ ਗੰਦਲਾ ਕਰ ਰਹੇ, ਤੇਰਾ ਧਰਮ ਖਰਾਬ ਕਰ ਰਹੇ, ਪਹਿਲਾਂ ਉਹਨਾਂ ਦੇ ਫਤਵਾ ਜਾਰੀ ਕਰ। ਮੈਂ ਖਾਣੇ ਪਰ ਸਿਰੋਂ ਹਟਾਵੋ, ਉਹਨਾਂ ਦੇ ਫਤਵਾ ਜਾਰੀ ਕਰਦੇ ਵੀ ਤੁਸੀਂ ਅੱਜ ਤੋਂ ਭੋਜਨ ਤੇ ਅੱਜ ਤੋਂ ਖਾਣੇ ਤੇ ਨਹੀਂ ਬੈਠਣਾ, ਤੇ ਸਾਰੀਆਂ ਨੂੰ ਮਹਾਰਾਜ ਕਹਿੰਦੇ ਪਹਿਲਾਂ ਉੱਥੋਂ ਹਟਾਵੋ। ਜਿਵ ਕੈ ਸੋ ਇਲਾਮ ਗੁਰਫਾਰਾ, ਏਦਾਂ ਮਹਾਰਾਜ ਨੇ ਕਹਿ ਕੇ ਤੇ ਜਿਹੜਾ ਕਾਜੀ ਨੇ ਫਤਵਾ ਜਾਰੀ ਕੀਤਾ ਸੀ, ਉਹ ਕਾਬਜ਼ ਦੋਵਾਂ ਹੱਥਾਂ ਦੇ ਨਾਲ ਲੈ ਕੇ ਵਿਚਕਾਰੋਂ ਪਾੜ ਦਿੱਤਾ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਨੇ 5-6 ਕੀਤੇ ਟੋਟੇ ਤੇ ਆਪਣੇ ਹੱਥਾਂ ਦੇ ਨਾਲ ਵਗਾ ਕੇ ਧਰਤੀ ਤੇ ਸੁੱਟ ਦਿੱਤਾ। ਮਹਾਰਾਜ ਨੇ ਜਦੋਂ ਕਾਜੀ ਦਾ ਫਤਵਾ ਪਾੜਿਆ ਤੇ ਵੇਖ ਕੇ ਸਾਰੇ ਪਠਾਨ ਹੈਰਾਨ ਹੋ ਗਏ। ਇਹਨਾਂ ਵਾਸਤੇ ਇੱਕ ਨਵੀਂ ਗੱਲ ਸੀ ਵੀ ਜਿਹੜਾ ਕਾਜੀ ਆ ਉਹਦਾ ਜਾਰੀ ਕੀਤਾ ਫਤਵਾ ਕੋਈ ਪਾੜ ਦਵੇ। ਮੰਨ ਲਓ ਵੀ ਅੱਜ ਦੇ ਸਮੇਂ ਸੁਪਰੀਮ ਕੋਰਟ ਦੇ ਜੱਜ ਦਾ ਕੋਈ ਕਾਗਜ਼ ਪਾੜ ਕੇ ਸੁੱਟ ਦਵੇ, ਕਿੱਦਾਂ ਆਫਰਦੇ ਆ, ਕਹਿੰਦੇ ਵੀ ਤੁਸੀਂ ਅਦਾਲਤ ਦੀ ਅਮਾਨਨਾ ਕੀਤੀ ਹੈ, ਕਹਿ ਦਿੰਦੇ ਨਾ ਵੀ ਮਾੜਾ ਨਹੀਂ ਕੀਤੀ ਹੈ, ਤੇ ਉਹਨਾਂ ਨੂੰ ਸਜ਼ਾ ਲਾਉਂਦੇ ਆ। ਪਠਾਨ ਹੈਰਾਨ ਹੋ ਗਏ, ਇਹਨਾਂ ਨੂੰ ਕੀ ਪਤਾ ਹੈ ਵੀ ਇਹ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ, ਇਹ ਤਾਂ ਆਪ ਤਰਲੋਕੀ ਦੇ ਮਾਲਕ ਨੇ। ਜਦੋਂ ਸਤਿਗੁਰਾਂ ਨੇ ਕਾਜੀ ਦਾ ਫਤਵਾ ਪਾੜਿਆ, ਕਾਜੀ ਦਾ ਕਾਗਜ਼ ਪਾੜਿਆ ਤੇ ਬੜੇ ਹੈਰਾਨ ਹੋਏ। ਜਿਹੜੇ ਕਸ਼ਾ ਵਜਾਉਂਦੇ ਆਏ ਸੀ ਵੀ ਮਹਾਰਾਜ ਫਤਵਾ ਵੇਂਦਿਆਂ ਸਾਰੀ ਸਾਨੂੰ ਮੁਆਵਜ਼ਾ ਦੇ ਦੇਣਗੇ, ਡਰ ਜਾਣਗੇ। ਕਾਗਜ਼ ਪੜਿਆ ਪਾੜ ਕੇ ਸੁੱਟਿਆ ਹੋਇਆ ਵੇਖ ਕੇ ਨੀਵੀਂ ਜੀ ਕਰਕੇ ਧੌਣ ਤੇ ਕਾਜੀ ਕੋਲ ਫੇਰ ਵਾਪਸ ਆ ਗਏ। ਕਾਜੀ ਕਹਿਣ ਲੱਗਾ, ਹਾਂ ਭਾਈ ਕਿੱਦਾਂ ਫਿਰ ਗੁਰੂ ਨੇ ਦਿੱਤੀ ਮਾਇਆ, ਦਿੱਤਾ ਮੁਆਵਜ਼ਾ ਕਿ ਨਹੀਂ ਦਿੱਤਾ? ਮੇਰਾ ਫਤਵਾ ਵੇਖ ਕਰਕੇ ਕਹਿਣ ਲੱਗੇ, ਕਾਜੀ ਸਾਹਿਬ ਕਿੱਥੇ ਦਿੱਤਾ? ਉਹਨਾਂ ਨੇ ਤੇ ਤੇਰਾ ਫਤਵਾ ਪਾੜ ਕੇ ਤੇ ਵਗਾ ਕੇ ਪੈਰਾਂ 'ਚ ਮਾਰਿਆ ਤੇ ਮਹਾਰਾਜ ਨੇ ਸਾਨੂੰ ਕੋਈ ਰੁਪਇਆ ਨਹੀਂ ਦਿੱਤਾ। ਸਗੋਂ ਉਲਟਾ ਕਹਿੰਦੇ ਆ ਕਿ ਕਾਜੀ ਨੂੰ ਕਹਿ ਵੀ ਤੇਰੇ ਦਲ ਦੇ ਵਿੱਚ ਇੰਨੀਆਂ ਮੱਖੀਆਂ ਨੇ ਤੇ ਉਹਨਾਂ ਦੇ ਉੱਤੇ ਫਤਵਾ ਜਾਰੀ ਕਰ ਵੀ ਤੁਸੀਂ ਭੋਜਨ ਤੇ ਨਹੀਂ ਬਹਿਣਾ ਅੱਜ ਤੋਂ। ਬਸ ਫੇਰ ਕੀ ਹੈ, ਕਾਜੀ ਇਹ ਸੁਣ ਕੇ ਸਾਧ ਸੰਗਤ ਬਿਨਾ ਬਾਲਣੋਂ ਸੜ ਬਲ ਕੇ ਸਵਾਹ ਹੋ ਗਿਆ ਵੀ ਮੈਂ ਕਾਜੀ, ਮੈਂ ਜੱਜ ਤੇ ਮੇਰੀ ਗੱਲ ਪਾਤਸ਼ਾਹ ਨਾ ਮੋੜੇ ਤੇ ਗੁਰੂ ਕਲਗੀਧਰ ਨੇ ਮੇਰਾ ਲਿਖਿਆ ਹੋਇਆ ਕਾਗਜ਼ ਸਰਕਾਰੀ ਕਿਵੇਂ ਪਾੜਤਾ। ਕਹਿੰਦੇ ਕਚੀਜੀਆਂ ਬੜੀਆਂ ਵੱਡੀਆਂ ਨੇ, ਬੜਾ ਆਪਣੀ ਕੁਰਸੀ ਤੋਂ ਬੁੜਕ ਆਸਣ ਤੋਂ ਬੁੜਕ ਕੇ ਲਾਲ ਪੀਲਾ ਹੋਇਆ, ਪਰ ਇਹ ਗਵਾਰ ਮੂਰਖ ਜਾਣਦਾ ਨਹੀਂ ਹੈ ਵੀ ਮਹਾਰਾਜ ਸਾਹਿਬ ਤੇਰੇ ਵਰਗੇ ਕਾਜੀਆਂ ਨੂੰ ਕੀ ਸਮਝਦੇ ਆ। ਹਿੰਦੁਸਤਾਨ ਦੇ ਪਾਤਸ਼ਾਹ ਨੂੰ ਉਹਨਾਂ ਨੇ ਆਪਣੀ ਜੁੱਤੀ ਦੀ ਨੋਕ ਤੇ ਰੱਖਿਆ। ਲਾਲ ਪੀਲਾ ਜਿਹਾ ਹੋਇਆ, ਪਰ ਹੋਰ ਇਹਦਾ ਕੋਈ ਜ਼ੋਰ ਤਾਂ ਨਹੀਂ ਚੱਲਿਆ ਪਠਾਨ ਇਹਦਾ ਕਾਜੀ ਦਾ ਵੀ ਜੇ ਮੈਂ ਮਹਾਰਾਜ ਕੋ ਜਾਵਾਂ ਤੇ ਉਥੇ ਬਰਸ਼ਾ ਇਹ ਨਾ ਹੋਣ ਵੀ ਮੇਰੇ ਢਿੱਡ 'ਚ ਬਰਸ਼ਾ ਲੰਘਾਉਂਦੇ ਹੋਣ। ਇਹ ਯਤਨ ਨਹੀਂ ਕੋਈ ਇਹਦਾ ਹੋਰ ਚੱਲਿਆ। ਇੰਨਾ ਕੁ ਯਤਨ ਚੱਲਿਆ ਵੀ ਆਗਰੇ 'ਚ ਬਹਾਦਰ ਸ਼ਾਹ ਆਇਆ ਸੀ ਤੇ ਬਹਾਦਰ ਸ਼ਾਹ ਕੋ ਚਲਾ ਗਿਆ ਵੀ ਮੈਂ ਜਾ ਕੇ ਸ਼ਿਕਾਇਤ ਕਰਦਾ ਹਾਂ ਮਹਾਰਾਜ ਦੀ। ਜਾ ਕੇ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਮੈਂ ਸ਼ਰਅ ਦੇ ਕਾਨੂੰਨ ਮੁਤਾਬਕ ਫਤਵਾ ਜਾਰੀ ਕੀਤਾ, ਇਲਹਾਮ ਜਾਰੀ ਕੀਤਾ ਮੁਆਵਜ਼ੇ ਦਾ ਕਾਗਜ਼ ਗੁਰੂ ਕਲਗੀਧਰ ਤੇ, ਪਰ ਉਹਨਾਂ ਨੇ ਮੇਰਾ ਕਾਗਜ਼ ਮੋੜ ਦਿੱਤਾ ਏ। ਕਹਿਣ ਲੱਗਾ ਗੁਰੂ ਕਲਗੀਧਰ ਮਹਾਰਾਜ ਸ਼ਰਅ ਦੀ ਹਾਨੀ ਕਰ ਰਿਹਾ, ਹੰਕਾਰ ਆਪਣਾ ਵੱਡੀਆਂ ਆਪ ਖਾਣੀਆਂ ਦੇ ਵਿੱਚ ਲੈ ਆਉਣਾ ਧਰਮ ਨੂੰ। ਇਹੀ ਚਲਾਕੀ ਉਦੋਂ ਵੀ ਸੀ ਤੇ ਹੁਣ ਇਹੀ ਚਲਾਕੀ। ਜਾ ਕੇ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਗੁਰੂ ਕਲਗੀਧਰ ਮਹਾਰਾਜ ਨੇ ਜਿਹੜਾ ਕਾਗਜ਼ ਪਾੜਿਆ ਇਹ ਸ਼ਰਅ ਦੀ ਨਿਰਾਦਰੀ ਕੀਤੀ ਆ ਵੀ ਮੈਂ ਫਤਵਾ ਜਿਹੜਾ ਲਾਇਆ ਸੀ ਇਹ ਸ਼ਰਅ ਦੇ ਕਾਨੂੰਨ ਮੁਤਾਬਕ ਲਾਇਆ ਤੇ ਮਹਾਰਾਜ ਨੇ ਪਾੜ ਕੇ ਸੁੱਟ ਦਿੱਤਾ। ਕੱਲਾ ਮੇਰਾ ਫਤਵਾ ਮੋੜਿਆ ਹੀ ਨਹੀਂ, ਉਹ ਫਤਵੇ ਵਾਲਾ ਕਾਗਜ਼ ਪਾੜ ਕੇ ਉਹਦੇ ਟੋਟੇ ਕਰਕੇ ਤੇ ਧਰਤੀ ਦੇ ਉੱਤੇ ਸੁੱਟ ਦਿੱਤਾ ਏ। ਪਰ ਵੇਖੋ ਬਾਦਸ਼ਾਹ ਸਲਾਮਤ, ਮੈਂ ਇਸਲਾਮ ਦਾ ਕਾਜੀ
मैं मौके दा जज तुहाडे हुक्म नाल सारा काम करदा ਏ। ਵੇਖੋ गुरु कलगीधर महाराज ने मेरा ਜਾਂ इस्लाम ਦਾ ਡਰ ਹੀ ਨਹੀਂ ਮੰਨਿਆ। ਇਹਦਾ ਗਿਆ ਸੀ ਵੀ ਬਾਦਸ਼ਾਹ ਨੂੰ ਮੈਂ ਸ਼ਿਕਾਇਤ ਕਰੂੰਗਾ ਤੇ ਉਹ ਗੁਰੂ ਕਲਗੀਧਰ ਤੇ ਨਾਰਾਜ਼ ਹੋਣਗੇ। ਜਦੋਂ ਇਹਨੇ ਕਿਹਾ ਨਾ ਵੀ ਮੈਂ ਮਹਾਰਾਜ ਨੂੰ ਫਤਵਾ ਜਾਰੀ ਕੀਤਾ, ਇਹ ਗੱਲ ਸੁਣ ਕੇ ਤੇ ਬਹਾਦਰ ਸ਼ਾਹ ਬਹੁਤਾ ਕ੍ਰੋਧ ਦੇ ਵਿੱਚ, ਬਹੁਤਾ ਗੁੱਸੇ ਵਿੱਚ ਆਇਆ। ਉਲਟਾ ਉਹ ਸ਼ਿਕਾਇਤ ਕਰਨ ਵਾਲੇ ਕਾਜੀ ਨੂੰ ਚੰਗਾ ਮੰਦਾ ਬੋਲਣ ਲੱਗਾ, ਇਹਦੇ ਉੱਤੇ ਬੜਾ ਇਤਰਾਜ਼ ਕੀਤਾ, ਬਹੁਤ ਇਹਨੂੰ ਉਸ ਵੇਲੇ ਲਾਂਭਾ ਦਿੱਤਾ। ਕਹਿ ਲਗਾ ਮੰਦੀ ਮਤ ਵਾਲਿਆ ਕਾਜੀ ਆ ਖਾ ਕੇ ਸਰਕਾਰੀ ਟੁਕੜ ਤੇਰੀ ਮਤ ਮਾਰੀ ਗਈ ਹੈ ਵੀ ਇਹ ਤੂੰ ਕੀ ਗੁਨਾਹ ਕਰ ਦਿੱਤਾ। ਉਹ ਗੁਰੂ ਕਲਗੀਧਰ ਮਹਾਰਾਜ ਤਾਂ ਇਲਾਹੀ ਅੱਲਾ ਦੇ ਨੂਰ ਦੀ ਜਾਤ ਹੈ। ਗੁਰੂ ਕਲਗੀਧਰ ਅੱਲਾ ਦੀ ਜਾਤ ਦੇ ਅਤੇ ਫਕਰ ਬਲੰਦੇ ਤੇ ਬੜੇ ਤਗੜੇ ਫਕਰ ਹਨ, ਬੜੇ ਵੱਡੇ ਮਹਾਨ ਹਨ। ਉਹ ਦੁਸ਼ਟਾ, ਉਹ ਜਿਹੜੇ ਖੁਦਾ ਦੀ ਜਾਤ ਦੇ ਨੇ, ਭਾਵ ਜਿਹੜੇ ਆਪ ਖੁਦਾ ਨੇ, ਤੂੰ ਉਹਨਾਂ ਦੇ ਉੱਤੇ ਕਿਵੇਂ ਫਤਵਾ ਜਾਰੀ ਕਰਕੇ ਭੇਜ ਦਿੱਤਾ? ਇੰਨੀ ਤੇਰੀ ਨੀਚਾ ਮੱਤ ਮਾਰੀ ਗਈ। ਇਹ ਤਾਂ ਤੂੰ ਬਹੁਤ ਬੁਰਾ ਕਹਿੰਦੇ ਕੰਮ ਕੀਤਾ, ਬੜਾ ਭੈੜਾ ਕੰਮ ਕੀਤਾ ਜਿਹੜਾ ਗੁਰੂ ਦੇ ਉੱਤੇ ਫਤਵਾ ਜਾਰੀ ਕੀਤਾ। ਉਹ ਜਿਹੜੇ ਰੱਬ ਦੇ ਪਿਆਰੇ ਹੁੰਦੇ ਐ ਉਹਨਾਂ ਦੇ ਅੱਗੇ ਤਾਂ ਹੱਥ ਜੋੜ ਕੇ ਖਲੋਣਾ ਹੀ ਬਣਦਾ ਹੈ। ਤੇ ਦੁਸ਼ਟਾ ਜਿਨ੍ਹਾਂ ਦੇ ਅੱਗੇ ਹੱਥ ਜੋੜ ਕੇ ਖਲੋਣਾ ਏ, ਉਹਨਾਂ ਦੇ ਅੱਗੇ ਤੂੰ ਆਪਣਾ ਹੁਕਮ ਚਲਾਉਣਾ ਏ, ਉਹਨਾਂ ਨੂੰ ਫਤਵੇ ਜਾਰੀ ਕਰਦਾ ਏ। ਇਹਦਾ ਬਹਾਦਰ ਸ਼ਾਹ ਪਾਤਸ਼ਾਹ ਸਾਧ ਸੰਗਤ ਜੀ ਬੜਾ ਇਹਦੇ ਉੱਤੇ ਨਾਰਾਜ਼ ਹੋਇਆ। ਇਹ ਉਹ ਕਹਿ ਕੇ ਕਾਜੀ ਨੇ ਉਸ ਵੇਲੇ ਹੁਕਮ ਦਿੱਤਾ, ਕਹਿੰਦੇ ਆ ਕਾਜੀ ਬਦਲੋ, ਨਵਾਂ ਕਾਜੀ ਲਿਆਓ। ਉਸ ਵੇਲੇ ਡਿਸਮਿਸ ਕਰਤਾ, ਕਿਉਂਕਿ ਉਹਨੂੰ ਪਤਾ ਸੀ ਵੀ ਮਹਾਰਾਜ ਨੇ ਮੈਨੂੰ ਰਾਜ ਦਵਾਇਆ ਏ ਤੇ ਸਤਿਗੁਰੂ ਸਾਹਿਬ ਜੀ ਐਡੇ ਸ਼ਕਤੀਆਂ ਦੇ ਮਾਲਕ ਆ, ਜੇ ਰਾਜ ਦਵਾ ਸਕਦੇ ਆ ਤੇ ਰਾਜ ਖੋ ਵੀ ਤਾਂ ਸਕਦੇ ਆ ਨਾ। ਤੇ ਜਿਹੜਾ ਕਾਜੀ ਸ਼ਿਕਾਇਤ ਕਰਨ ਗਿਆ ਸੀ ਬਾਦਸ਼ਾਹ ਦੇ ਕੋਲ, ਉਹਨੂੰ ਕਹਿੰਦੇ ਵੀ ਢਾਓ ਇਹਨੂੰ ਤੇ ਨਵਾਂ ਕਾਜੀ ਲਾ ਕੇ ਇਹਨੂੰ ਡਿਸਮਿਸ ਕਰ ਦਿਓ, ਨੌਕਰੀ ਤੋਂ ਹੀ ਕੱਢ ਦਿੱਤਾ। ਕਿਉਂਕਿ ਬਹਾਦਰ ਸ਼ਾਹ ਨੇ ਜਾਣਿਆ ਵੀ ਗੁਰੂ ਕਲਗੀਧਰ ਮਹਾਰਾਜ ਤਾਂ ਪੀਰਾਨ ਪੀਰ ਹਨ। ਇਹਨਾਂ ਕੇ ਮਹਾਰਾਜ ਦਾ ਜਿਹੜਾ ਬਚਨ ਹੈ ਚੇਤੇ ਰੱਖਦਾ ਹੈ ਵੀ ਮੈਨੂੰ ਪਾਤਸ਼ਾਹੀ ਗੁਰੂ ਕਲਗੀਧਰ ਮਹਾਰਾਜ ਨੇ ਦਿੱਤੀ ਆ। ਤੇ ਕਹਿੰਦੇ ਉਹ ਕਿਵੇਂ ਨਹੀਂ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਨੂੰ ਮੰਨੇਗਾ, ਭਾਵ ਕਿਵੇਂ ਨਹੀਂ ਸਤਿਗੁਰਾਂ ਦੇ ਅੱਗੇ ਹੱਥ ਜੋੜੇਗਾ? ਜ਼ਰੂਰ ਜੋੜੇਗਾ। ਇਸ ਤਰ੍ਹਾਂ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਾਵਨ ਪਵਿੱਤਰ ਇਤਿਹਾਸ ਦੇ ਪ੍ਰਸੰਗ, ਜਿਨ੍ਹਾਂ ਦੇ ਵਿੱਚ ਇਤਿਹਾਸ ਵੀ ਸੁਣਨ ਨੂੰ ਮਿਲ ਰਿਹਾ ਏ ਤੇ ਜਿਹਦੇ ਵਿੱਚੋਂ ਸਾਨੂੰ ਸਿੱਖਿਆ ਵੀ ਮਿਲਦੀ ਹੈ ਵੀ ਸਤਿਗੁਰੂ ਮਹਾਰਾਜ ਸਾਹਿਬ ਦੇ ਕੋਲੋਂ ਕੁਝ ਲੈਣਾ ਏ ਤੇ ਮਹਾਰਾਜ ਕੋ ਝੁਕ ਕੇ ਜੋ ਮਰਜ਼ੀ ਲੈ ਲਓ। ਜਿਹੜਾ ਕੋਈ ਦਾਅਵੇਦਾਰੀਆਂ ਪੇਸ਼ ਕਰਦਾ ਏ ਤੇ ਉਹ ਨਹੀਂ ਫਿਰ ਸਤਿਗੁਰੂ ਦੇ ਦਰ ਤੋਂ ਕੁਝ ਲੈ ਸਕਦਾ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਤਿਗੁਰਾਂ ਦਾ ਇਤਿਹਾਸ ਕਹਿੰਦਿਆਂ ਸੁਣਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਅਰਦਾਸ ਕਰਨੀ ਮਹਾਰਾਜ ਸਾਹਿਬ ਜੀ ਅੱਗੇ ਲਈ ਸਮਤ ਬਖਸ਼ੋ, ਜੋ ਆਪ ਜੀ ਦਾ ਪਵਿੱਤਰ ਜਸ ਸ਼ਰਧਾ ਭਾਵਨਾ ਦੇ ਨਾਲ ਕਹਿ ਸੁਣ ਸਕੀਏ। ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਜਿਹੜੀ ਮਹਿਮਾ ਹੈ, ਜੋ ਇਹ ਕਥਾ ਸੁਨੇ ਅਰ ਗਾਵੈ, ਦੁਖ ਪਾਪ ਤੇ ਨਿਕਟ ਨਾ ਆਵੇ। ਜਿਹੜਾ ਇਹ ਪਵਿੱਤਰ ਕਥਾ ਨੂੰ ਕਹਿੰਦਾ ਤੇ ਸੁਣਦਾ ਏ, ਪਾਪ ਤੇ ਦੁੱਖ ਉਹਦੇ ਸਾਰੇ ਹੀ ਕੱਟੇ ਜਾਂਦੇ ਨੇ। ਕਿਉਂਕਿ ਕਥਾ ਉਪਦੇਸ਼ ਦਿੰਦੀ ਹੈ ਤੇ ਉਪਦੇਸ਼ ਦੇ ਵਿੱਚੋਂ ਹੀ ਨਾਮ ਦੀ ਮਹਿਮਾ, ਨਾਮ ਦਾ ਪਿਆਰ ਪੈਦਾ ਹੁੰਦਾ ਏ ਤੇ ਨਾਮ ਜਪ ਕੇ ਫਿਰ ਕਲਿਆਣ ਹੁੰਦੀ। ਇਸ ਕਰਕੇ ਆਖੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਏ ਸਮਰਾਥ ਅਗਮ ਪੂਰਨ ਮੋਹਿ ਮਇਆ ਤਾਰ ਅੰਧਕੂਪ ਮਹਾ ਭਿਆਨ ਨਾਨਕ ਪਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਨਹਿ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਲਗੀਧਰ ਪਾਸ਼ਾ ਚਰਨੀ ਭਾਵੇ ਨਿਹਾਲ ਹੋਇਆਵੇ ਸਤਿ ਸ੍ਰੀ ਅਕਾਲ ਗੁਰਬਰੇਗਾ ਇੱਕ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ